ਪੰਜਾਬੀ ਭਾਸ਼ਾ ਦੇ ਸਾਰੇ ਸਿੱਖਿਆਰਥੀਆਂ ਦਾ ਪੰਜਾਬੀ ਕੋਚਿੰਗ ਚੈਨਲ ਤੇ ਹਾਰਦਿਕ ਸਵਾਗਤ। ਦੋਸਤੋ, ਕੱਲ ਅਸੀਂ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਸੀ ਜਿਹਦੇ ਵਿੱਚ ਅਸੀਂ ਲੋਕਧਾਰਾ ਬਾਰੇ ਪੜ੍ਹਿਆ ਸੀ ਕਿ ਲੋਕਧਾਰਾ ਕਿਸ ਨੂੰ ਕਹਿੰਦੇ ਆ। ਇਸ ਤੋਂ ਇਲਾਵਾ ਅਸੀਂ ਉਸਦੀ ਪਰਿਭਾਸ਼ਾ ਕੀਤੀ ਸੀ ਤੇ ਨਾਲ ਦੀ ਨਾਲ ਲੋਕਧਾਰਾ ਦੇ ਲੱਛਣ ਕੀਤੇ ਸੀ ਕਿ ਕਿਹੜੀਆਂ-ਕਿਹੜੀਆਂ ਗੱਲਾਂ ਤੋਂ ਪਹਿਚਾਣ ਕੀਤੀ ਜਾ ਸਕਦੀ ਹੈ ਕਿ ਕੋਈ ਚੀਜ਼ ਲੋਕਧਾਰਾ ਦੇ ਵਿੱਚ ਸ਼ਾਮਲ ਹੈ ਜਾਂ ਨਹੀਂ। ਤਾਂ ਜਿਹੜੀ ਸਾਡੀ ਅੱਜ ਦੀ ਵੀਡੀਓ ਹੋਊਗੀ ਉਹ ਪਿਛਲੀ ਵੀਡੀਓ ਦਾ ਅਗਲਾ ਭਾਗ ਹੈ ਜਿਹਦੇ 'ਚ ਅਸੀਂ ਇਹ ਗੱਲ ਕਰਾਂਗੇ ਕਿ ਲੋਕਧਾਰਾ ਦੇ ਵਿੱਚ ਕੀ ਕੁਝ ਸ਼ਾਮਲ ਹੁੰਦਾ ਹੈ। ਅਸੀਂ ਕਿਵੇਂ ਪਹਿਚਾਣ ਸਕਦੇ ਹਾਂ ਕਿ ਕੀ ਇਹ ਗੱਲ ਲੋਕਾਂ ਦੀ ਹੈ ਜਾਂ ਇਹ ਗੱਲ ਲੋਕਾਂ ਦੀ ਨਹੀਂ ਹੈ। ਠੀਕ ਹੈ, ਤਾਂ ਅਸੀਂ ਇਹਦੇ ਵਿੱਚ ਮੇਨ ਰੂਪ 'ਚ ਕਰਨ ਜਾ ਰਹੇ ਹਾਂ ਲੋਕਧਾਰਾ ਦਾ ਵਿਸ਼ੇ ਖੇਤਰ, ਜਾਂ ਅਸੀਂ ਇਸ ਨੂੰ ਦੂਜਾ ਨਾਮ ਦੇ ਸਕਦੇ ਹਾਂ ਲੋਕਧਾਰਾ ਦੀ ਸਮੱਗਰੀ, ਜਾਂ ਅਸੀਂ ਕਹਿ ਸਕਦੇ ਹਾਂ ਲੋਕਧਾਰਾ ਅਧਿਐਨ ਦੀ ਅਧਿਐਨਕ ਸਮੱਗਰੀ ਜਿਹੜੀ ਹੈ ਵੀ ਕਿਹੜੀ ਚੀਜ਼ ਨੂੰ ਇਹਦੇ ਵਿੱਚ ਕਿਸ ਚੀਜ਼ ਦਾ ਅਧਿਐਨ ਕੀਤਾ ਜਾਂਦਾ ਹੈ, ਕਿਸ ਚੀਜ਼ ਨੂੰ ਵਿਸ਼ਾ ਬਣਾਇਆ ਜਾਂਦਾ ਹੈ। ਕੱਲ੍ਹ ਵਾਲੀਆਂ ਜਿਹੜੀਆਂ ਮੇਰੀਆਂ ਉਦਾਹਰਨਾਂ ਸੀ ਉਹਨਾਂ ਤੋਂ ਤੁਹਾਨੂੰ ਕੁਝ ਚੀਜ਼ਾਂ ਬਾਰੇ ਪਤਾ ਲੱਗ ਗਿਆ ਹੋਣਾ ਕਿ ਇਹ ਲੋਕਧਾਰਾ ਦੇ ਖੇਤਰ ਵਿੱਚ ਆਉਂਦੀਆਂ। ਜਿਵੇਂ ਕਿ ਮੈਂ ਜ਼ਿਆਦਾ ਉਦਾਹਰਨਾਂ ਲੋਕ ਗੀਤਾਂ ਦੀਆਂ ਦੇ ਰਹੀ ਸੀ, ਲੋਕ ਕਹਾਣੀਆਂ ਦੀਆਂ ਦੇ ਰਹੀ ਸੀ, ਪਰ ਲੋਕਧਾਰਾ ਦਾ ਜਿਹੜਾ ਖੇਤਰ ਹੈ ਉਹ ਇੰਨਾ ਕੁ ਸੀਮਿਤ ਨਹੀਂ ਹੈ। ਲੋਕਧਾਰਾ ਦੇ ਵਿੱਚ ਲੋਕਾਂ ਦੇ ਜੀਵਨ ਨਾਲ ਸੰਬੰਧਿਤ ਲਗਭਗ ਹਰ ਪੱਖ ਸ਼ਾਮਲ ਹੁੰਦਾ ਹੈ। ਇਸ ਲਈ ਅਸੀਂ ਜਿਹੜੀ ਅੱਜ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਉਹ ਸਾਰੇ ਖੇਤਰ ਬਾਰੇ ਗੱਲ ਕਰਨੀ ਹੈ ਜਿਸ ਦੇ ਵਿੱਚ ਲੋਕਧਾਰਾ ਦੀ ਸਮੱਗਰੀ ਆ ਜਾਂਦੀ ਹੈ। ਇਹਦੇ ਵਿੱਚ ਮੁੱਖ ਰੂਪ 'ਚ ਸਾਡੇ ਲੋਕ ਗੀਤ, ਲੋਕ ਕਥਾਵਾਂ, ਲੋਕ ਬੁਝਾਰਤਾਂ, ਲੋਕ ਨਾਟ, ਲੋਕਾਂ ਦੇ ਵਿਸ਼ਵਾਸ, ਲੋਕਾਂ ਦੇ ਪਹਿਰਾਵੇ, ਲੋਕਾਂ ਦੇ ਵਿੱਚ ਕੀ ਕਲਾਵਾਂ ਨੇ, ਲੋਕ ਕਿਸ ਤਰ੍ਹਾਂ ਆਪਦੀ ਕਲਾ ਨੂੰ ਬਾਹਰ ਕੱਢਦੇ ਆ, ਲੋਕ ਕਿਸ ਤਰ੍ਹਾਂ ਬੋਲਦੇ ਆ, ਇਹ ਸਾਰਾ ਕੁਝ ਲੋਕਧਾਰਾ ਦੇ ਅੰਡਰ ਆ ਜਾਂਦਾ। ਤਾਂ ਅੱਜ ਜਿਹੜੀ ਅਸੀਂ ਵੀਡੀਓ ਬਣਾ ਰਹੇ ਹਾਂ ਉਹਦੇ ਵਿੱਚ ਅਸੀਂ ਆਧਾਰ ਬਣਾ ਰਹੇ ਹਾਂ ਕਰਨੈਲ ਸਿੰਘ ਥਿੰਦ ਹੋਰਾਂ ਦੀ ਕਿਤਾਬ ਜਿਹੜੀ ਉਹਨਾਂ ਦੀ ਹੈ ਲੋਕ ਯਾਨ ਅਤੇ ਮੱਧਕਾਲੀਨ ਪੰਜਾਬੀ ਸਾਹਿਤ, ਜਿਹੜੀ ਕਿ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਉਹਨਾਂ ਦਾ PhD ਦਾ ਥੀਸਿਸ ਸੀ ਤੇ ਇਹ ਕਿਤਾਬ ਉਹਨਾਂ ਦੀ 1973 ਈਸਵੀ ਦੇ ਵਿੱਚ ਛਪ ਕੇ ਆਈ ਸੀ। ਤੁਸੀਂ ਇਸ ਕਿਤਾਬ ਬਾਰੇ ਜਿਹੜੀ ਬੇਸਿਕ ਜਾਣਕਾਰੀ ਹੈ ਇਸ ਨੂੰ ਪੜ੍ਹ ਕੇ ਵੀ ਲੈ ਸਕਦੇ ਹੋ। ਅਸੀਂ ਅਲੱਗ ਲੋਕਧਾਰਾ ਦੀਆਂ ਕਿਤਾਬਾਂ ਬਾਰੇ ਵੀ ਜਿਹੜੀ ਵੀਡੀਓ ਉਹ ਲੈ ਕੇ ਆਵਾਂਗੇ। ਤਾਂ ਮੇਰੀ ਤੁਹਾਨੂੰ ਰਿਕੁਐਸਟ ਹੈ ਕਿ ਮੈਂ ਜਿਹੜੀਆਂ ਵੀ ਕਿਤਾਬਾਂ ਦੇ ਨਾਮ ਵੀਡੀਓਜ਼ ਦੇ ਵਿੱਚ ਲੈਣੀ ਆ ਤੁਸੀਂ ਉਹਨਾਂ ਨੂੰ ਜ਼ਰੂਰ ਨੋਟ ਕਰਿਓ। ਤੇ ਜਿਹੜਾ ਸਾਡਾ ਅੱਜ ਵਾਲਾ ਲੈਕਚਰ ਰਹਿਣ ਵਾਲਾ ਹੈ ਉਹ ਹੈ ਕਿ ਸਾਨੂੰ ਉਸ ਨੂੰ ਜ਼ਿਆਦਾਤਰ ਨੋਟ ਕਰਕੇ ਰੱਖਣਾ ਪਊਗਾ ਕਿਉਂਕਿ ਉਹਦੇ ਵਿੱਚ ਕਾਫੀ ਡਾਟਾ ਜਿਹੜਾ ਅਸੀਂ ਤੁਹਾਡੇ ਨਾਲ ਅੱਜ ਸਾਂਝਾ ਕਰਨ ਜਾ ਰਹੇ ਹਾਂ। ਤਾਂ ਇਹ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਮੇਰੀ ਤੁਹਾਨੂੰ ਰਿਕੁਐਸਟ ਹੈ ਕਿ ਤੁਸੀਂ ਆਪਦਾ ਕਾਪੀ ਤੇ ਪੈਨ ਨਾਲ ਲੈ ਕੇ ਬੈਠੋ ਤੇ ਅੱਜ ਅਸੀਂ ਜਾਣਾਂਗੇ ਕਿ ਲੋਕਧਾਰਾ ਦੇ ਵਿੱਚ ਕੀ ਕੁਝ ਸ਼ਾਮਲ ਹੁੰਦਾ ਹੈ। ਵਿਦਿਆਰਥੀ ਸਾਥੀਓ, ਲੋਕਧਾਰਾ ਦੇ ਅਧਿਐਨ ਦੇ ਵਿੱਚ ਜਾਂ ਲੋਕਧਾਰਾ ਦੀ ਸਮੱਗਰੀ ਦੇ ਵਿੱਚ ਜਿਹੜਾ ਸਭ ਤੋਂ ਮੇਨ ਤੇ ਪਹਿਲਾ ਪੁਆਇੰਟ ਹੈ ਉਹ ਹੈ ਲੋਕ ਸਾਹਿਤ। ਠੀਕ ਹੈ, ਜਿਵੇਂ ਤੁਸੀਂ ਬਲੈਕਬੋਰਡ ਤੇ ਪੜ੍ਹ ਲਿਆ ਹੋਊਗਾ ਲੋਕ ਸਾਹਿਤ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਲੋਕ ਸਾਹਿਤ ਅਸੀਂ ਕਹਿੰਦੇ ਕਿਹਨੂੰ ਆ। ਅਸੀਂ ਜਦੋਂ ਸਾਹਿਤ ਦੇ ਵਿਦਿਆਰਥੀ ਆ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸਾਹਿਤ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਲੋਕ ਸਾਹਿਤ, ਇੱਕ ਵਿਸ਼ਿਸ਼ਟ ਸਾਹਿਤ। ਲੋਕ ਸਾਹਿਤ ਉਹ ਹੈ ਜਿਹਦੇ ਰਚਨਹਾਰੇ ਬਾਰੇ ਸਾਨੂੰ ਪਤਾ ਨਹੀਂ ਕਿ ਇਹ ਵਾਲੇ ਗੀਤ ਨੂੰ ਜਾਂ ਇਹ ਵਾਲੀ ਕਥਾ ਨੂੰ ਜਾਂ ਇਹ ਵਾਲੀ ਬੁਝਾਰਤ ਨੂੰ ਅਖਾਣ ਨੂੰ ਕਿਸ ਨੇ ਲਿਖਿਆ। ਤੇ ਵਿਸ਼ਿਸ਼ਟ ਸਾਹਿਤ ਉਹ ਹੁੰਦਾ ਹੈ ਜਿਸ ਦੇ ਲੇਖਕ ਬਾਰੇ ਸਾਨੂੰ ਪਤਾ ਹੈ। ਜਿਹੜਾ ਸਾਹਿਤ ਅੱਜ ਕੱਲ੍ਹ ਸਾਨੂੰ ਕਿਤਾਬਾਂ ਦੇ ਵਿੱਚ ਲਿਖਿਆ ਮਿਲ ਰਿਹਾ ਹੈ, ਜਿਵੇਂ ਨਾਵਲ ਹੈ, ਨਿੱਕੀਆਂ ਕਹਾਣੀਆਂ ਨੇ ਜਾਂ ਕਵਿਤਾਵਾਂ ਦੀਆਂ ਕਿਤਾਬਾਂ ਨੇ, ਉਹਦੇ ਵਿੱਚ ਸਾਨੂੰ ਉਸ ਲੇਖਕ ਦਾ ਨਾਮ ਪਤਾ ਹੁੰਦਾ ਹੈ, ਪਰ ਲੋਕ ਸਾਹਿਤ ਦੇ ਵਿੱਚ ਸਾਨੂੰ ਲੇਖਕ ਦਾ ਨਾਮ ਨਹੀਂ ਪਤਾ ਹੁੰਦਾ। ਦੂਜਾ ਇਹਨਾਂ ਦੇ ਵਿੱਚ ਅੰਤਰ ਹੈ ਕਿ ਵਿਸ਼ਿਸ਼ਟ ਸਾਹਿਤ ਜਿਹੜਾ ਹੁੰਦਾ ਉਹਦੇ ਵਿੱਚ ਅਸੀਂ ਕੋਈ ਵਾਦ ਘਾਟ ਨਹੀਂ ਕਰ ਸਕਦੇ। ਜਿਸ ਲੇਖਕ ਨੇ ਜਿਵੇਂ ਲਿਖਤਾ ਸਾਨੂੰ ਉਵੇਂ ਹੀ ਉਹਨੂੰ ਅਸੈਪਟ ਕਰਨਾ ਪੈਂਦਾ। ਪਰ ਲੋਕ ਸਾਹਿਤ ਜਿਹੜਾ ਕਿਉਂਕਿ ਉਹ ਲੋਕਾਂ ਦਾ ਹੁੰਦਾ ਤਾਂ ਲੋਕਾਂ ਨੂੰ ਇਹ ਹੱਕ ਹੁੰਦਾ ਕਿ ਆਪਣੇ ਹਿਸਾਬ ਦੇ ਨਾਲ ਉਹਦੇ ਵਿੱਚ ਵਾਦ ਘਾਟ ਕਰ ਸਕਦੇ ਆ। ਤੇ ਤੀਜੀ ਗੱਲ ਹੈ ਕਿ ਲੋਕ ਸਾਹਿਤ ਦੀ ਉਮਰ ਬਹੁਤ ਲੰਮੀ ਹੁੰਦੀ ਹੈ। ਸਾਡੇ ਕੋਲੇ ਜਿਹੜੇ ਅੱਜ ਲੋਕ ਗੀਤ ਜਾਂ ਲੋਕ ਕਹਾਣੀਆਂ ਚੱਲੇ ਆ ਰਹੇ ਆ ਇਹ ਸਦੀਆਂ ਪੁਰਾਣੇ ਸਾਡੇ ਵਿਰਸੇ ਦੇ ਵਿੱਚ ਮੌਜੂਦ ਨੇ, ਪਰ ਵਿਸ਼ਿਸ਼ਟ ਸਾਹਿਤ ਹੈ ਉਸ ਦੀ ਉਮਰ ਜਿਹੜੀ ਹੈ ਹੋ ਸਕਦਾ ਹੈ ਕਿ ਜਿਸ ਨੇ ਬਹੁਤ ਉਤਕ੍ਰਿਸ਼ਟ ਰਚਨਾ ਕੀਤੀ ਹੋਵੇ ਉਸ ਸਾਹਿਤ ਦੀ ਉਮਰ ਲੰਮੀ ਹੋਵੇ, ਪਰ ਬਜਾਏ ਲੋਕ ਸਾਹਿਤ ਦੇ ਇਸ ਦੀ ਜਿਹੜੀ ਮਹੱਤਤਾ ਥੋੜੀ ਜੀ ਘੱਟ ਹੁੰਦੀ ਹੈ ਕਿਉਂਕਿ ਲੋਕ ਸਾਹਿਤ ਸਾਰੇ ਲੋਕਾਂ ਦਾ ਸਾਂਝਾ ਸਾਹਿਤ ਹੁੰਦਾ ਹੈ ਤੇ ਵਿਸ਼ਿਸ਼ਟ ਸਾਹਿਤ ਨੂੰ ਕੋਈ ਪਸੰਦ ਕਰ ਵੀ ਸਕਦਾ ਤੇ ਕੋਈ ਨਹੀਂ ਵੀ ਪਸੰਦ ਕਰ ਸਕਦਾ। ਤਾਂ ਹੁਣ ਅਸੀਂ ਆਉਂਦੇ ਹਾਂ ਲੋਕ ਸਾਹਿਤ ਤੇ। ਲੋਕ ਸਾਹਿਤ ਦੇ ਵਿੱਚ ਮੁੱਖ ਰੂਪ ਦੇ ਵਿੱਚ ਸਾਡੇ ਕੋਲੇ ਤਿੰਨ ਚੀਜ਼ਾਂ ਨੇ। ਇਹਦੇ ਵਿੱਚ ਹੈ ਲੋਕ ਗੀਤ, ਦੂਜੇ ਨੰਬਰ ਤੇ ਹੈ ਲੋਕ ਕਹਾਣੀਆਂ ਤੇ ਤੀਸਰੇ ਨੰਬਰ ਤੇ ਕੁਝ ਫੁਟਕਲ ਚੀਜ਼ਾਂ ਨੇ। ਇਸ ਨੂੰ ਅਸੀਂ ਐਕਸਪਲੇਨ ਕਰਾਂਗੇ। ਸਭ ਤੋਂ ਪਹਿਲਾਂ ਲੋਕ ਗੀਤ। ਲੋਕ ਗੀਤਾਂ ਦੇ ਵਿੱਚ ਕਿਹੜੇ ਗੀਤ ਆਉਂਦੇ ਆ? ਸੰਸਕਾਰਾਂ ਨਾਲ ਸੰਬੰਧਿਤ, ਰੁੱਤਾਂ ਨਾਲ ਸੰਬੰਧਿਤ, ਪੂਜਾ ਵਿਧੀਆਂ ਨਾਲ ਸੰਬੰਧਿਤ, ਜਿਸ ਨੂੰ ਅਸੀਂ ਆਰਤੀ ਵਗੈਰਾ ਕਹਿ ਦਿੰਦੇ ਹਾਂ, ਮਾਤਾ ਦੀ ਆਰਤੀ ਗਾਉਂਦੇ ਹਾਂ, ਉਹ ਪੂਜਾ ਵਿਧੀਆਂ ਦੇ ਵਿੱਚ ਆਉਂਦੀ ਆ। ਇਸ ਤੋਂ ਬਾਅਦ ਦੇਵੀ ਦੇਵਤਿਆਂ ਨਾਲ ਜਿਵੇਂ ਭੇਟਾਂ ਗਾਉਂਦੇ ਹਾਂ ਅਸੀਂ। ਇਸ ਤੋਂ ਬਾਅਦ ਵਰਤਾਂ ਨਾਲ ਸੰਬੰਧਿਤ, ਠੀਕ ਹੈ, ਮੇਲਿਆਂ ਨਾਲ ਸੰਬੰਧਿਤ, ਚੱਲ ਮੇਲੇ ਨੂੰ ਚੱਲੀਏ ਚੜ੍ਹ ਕੇ ਟਰੈਕਟਰ ਤੇ, ਤਿਉਹਾਰਾਂ ਦੇ ਨਾਲ ਸੰਬੰਧਿਤ,
कि मारदा दमामे जट मेले आ गया जो विसाखी के मेले ते जांदा हो। तो इस तो बाद प्यार के गीत ने जिहदे विच माइया टप्पे वगैरह आ जाते हैं। इस तो बाद सूरम गति के गीत है, ठीक है, जिहड़े साडे लोक नायकों के बारे में गाए जाते हैं। तो लोक गीतों का जिहड़ा विशा वो बहुत विशाल है। पंजाबियों बारे ये कहावत मशहूर है कि पंजाबी जिहड़े वो गीतों के विच जम्मदे ते गीतां च मर जाते हैं। इहदा भाव यह है कि साडे जीवन का कोई अजिहा पक्ष नहीं जिहदे विच गीत ना मिलते होण। इत्थों तक कि जदों पंजाबी बंदा मरदा है तो उदों रोण लगे भी जिहड़े वैण के रूप दे विच गीत गाए जाते हैं, ठीक है। इस तो बाद है लोक कहानियाँ। लोक कहानियाँ दे विच वख-वख तरह दीयां कहानियाँ ने जिहदे विच मिथ कथावां आ जांदियां, पुराण कथावां आ जांदियां। इस तो इलावा अवदान, इस तो बाद नीति कथा, परी कथा, जनौर कथा ते जड़ियां बातां साडे बजुर्ग रात नूं सानूं सुणाउंदे आ, जिन्हां दे विषय मिक्स भी हो सकदे आ। उहदे विच परी कहानी भी शामिल हो सकदी है, नीति कथा भी शामिल हो सकदी है, साडे किसी नायक दा जिक्र भी हो सकदा है। तां इह दूसरा नंबर है। तीजे नंबर ते फुटकल चीज़ां आउंदियां ने जिहदे च बुझारतां शामिल है, अखौतां शामिल है ते लोक सियाणपां शामिल है। तां मुੱਖ रूप दे विच असीं लोक ਸਾਹਿਤ ਨੂੰ इन्हां तिन्नां भागां दे विच वंड सकदे हां। ਤੁਹਾਨੂੰ प्रश्न पेपर ਦੇ ਵਿੱਚ किस तरह का बन सकता है। एक तो ਤੁਹਾਨੂੰ ਇਹ प्रश्न बन सकता भी जो बुझारतां ने ਜਾਂ लोक सियाणपां ने इन्हां दे विच कोई भी एक चीज़ चक सकते हैं। तो पुछ सकते हैं कि लोक धारा की किहड़ी समग्री च इन्हां नूं शामिल किया जाऊगा, कि ये लोक विश्वास है, कि लोक नाच है, कि ये लोक कथा है, कि लोक साहित्य है। तो इस तरह तुसीं जवाब तां ही दे सकोगे जेकर तुसीं इन्हां नूं पूरा डूंगी तरह पढ़िया होगा, समझिया होगा। तो मैं महसूस करती हाँ कि लोक ਸਾਹਿਤ बारे तुहानूं जानकारी हो गई होगी। लोक ਸਾਹਿਤ दे विच लोक गीत, लोक कथावां, बुझारतां, अखौतां, मुहावरे ये सब कुछ शामिल हुंदा है। लोक ਸਾਹਿਤ तो बाद लोक धारा की समग्री च दूजे नंबर पर असीं जिहड़ी चीज़ लैंदे आ वो है लोक कलावां, ठीक है। तो मेरी तुहानूं एक रिक्वेस्ट है, तुसीं ये वीडियो देख रहे हो तो किरपा करके कापी पेन जरूर नाल रखो ताकि तुहाडे सामने एक पूरा नक्शा बन सके कि किहड़ी चीज़ नूं असीं किहड़ी चीज़ दे विच रखना। क्योंकि प्रश्न जिहड़ा वो सीधा नहीं आउंदा हुंदा, प्रश्न इन्हां चीज़ां दे विच्चों ही बनना कि असीं इस नूं किहड़ी समग्री दे अधीन रखदे हां। ते पिछले सालां 'च प्रश्न बने भी इहो ਜਿਹੇ ही है। जिवें उन्हां ने पुछिया सीगा कि कोई जादू टूणा करन नूं तुसीं किहदे 'च शामिल करोगे जां तुसीं लोक नाचां नूं किहदे विच शामिल करोगे। तो वो प्रश्नों के उत्तर तुसीं तां ही दे सकोगे जेकर तुसीं अलग-अलग डिफरेंशिएट करके इन्हां नूं समझिया होऊगा। तो लोक कलावां दे विच किहड़ियां-किहड़ियां चीज़ां आ जांदियां। सब तो पहला आउंदा लोक संगीत। हुण तुसीं इहदे विच कन्फ्यूज़ नहीं होना। लोक गीत ते लोक संगीत दे विच फर्क है। लोक गीत की है जो असीं शब्दां दे राहीं कुछ गाउने आ, वो है लोक गीत जिहदे विच शब्द शामिल है। लोक संगीत की है, संगीत मतलब अंग्रेजी दे विच म्यूजिक ते गीत मतलब सौंग, ठीक है। म्यूजिक जिहड़ा राग लोकां दे विच चल प्रचलित है, जिवें गुरु साहिबान ने जिहड़े राग सारे वरते है गुरबाणी दे विच, वो पहलां लोकां दे राग सी जिहदे च सिरी राग है, भैरव राग है, गौड़ी राग है, वो लोकां दे विच चल रहे सी। इस तो इलावा लोक धुनियां, ठीक है, लोक धुनियां दे विच भी असीं गुरबाणी दी उदाहरण लै सकदे हां। गुरु साहब ने 9 वारां नूं जिहड़े सानूं आदेश दित्ते है कि तुसीं इस नूं टुंडे इस राजे दी धुनी ते गाउणा है, जोधे वीरे पूरबाणे दी धुनी ते गाउणा है। ਉਹ ਜਿਹੜੀਆਂ ਧੁਨੀਆਂ ਨੇ ਉਹ ਲੋਕਾਂ ਦੇ ਵਿੱਚ ਪਹਿਲਾਂ ਹੀ ਚੱਲ ਰਹੀਆਂ ਸੀ, ਉਹ ਲੋਕਾਂ ਦੀਆਂ ਟਿਊਨਾਂ ਸੀਗੀਆਂ ਬਣਾਈਆਂ ਹੋਈਆਂ। ਇਸ ਤੋਂ ਇਲਾਵਾ ਤਰਜ਼ਾਂ, ਠੀਕ ਹੈ, ਇਹ ਸਾਰਾ ਲੋਕ ਸੰਗੀਤ ਦੇ ਅੰਡਰ ਆ ਜਾਂਦਾ ਹੈ, ਵੀ ਰਾਗ ਧੁਨੀਆਂ ਤਰਜ਼ਾਂ। ਇਸ ਤੋਂ ਬਾਅਦ ਦੂਜੀ ਲੋਕ ਕਲਾ ਕਿਹੜੀ ਆ, ਇਹ ਕਲਾ ਹੀ ਹੋਈ ਨਾ ਜਦੋਂ ਅਸੀਂ ਕੋਈ ਵਧੀਆ ਮਿਊਜ਼ਿਕ ਬਣਾ ਸਕਦੇ ਹਾਂ ਲੋਕਾਂ ਨੂੰ ਅਟਰੈਕਟ ਕਰਨ ਦੇ ਲਈ, ਲੋਕਾਂ ਦਾ ਮਨੋਰੰਜਨ ਕਰਨ ਦੇ ਲਈ। ਅਗਲਾ ਸਾਡੇ ਕੋਲ ਹੈ ਲੋਕ ਨਾਟ। ਨਾਟ ਦਾ ਮਤਲਬ ਹੈ ਨਾਟਕ, ਠੀਕ ਹੈ, ਜਿਹੜਾ ਅਸੀਂ ਅੱਜ ਕੱਲ੍ਹ ਰੰਗਮੰਚ ਤੇ ਥੀਏਟਰ ਦੇਖਦੇ ਹਾਂ। ਇਹ ਥੀਏਟਰ ਜਿਹੜਾ ਉਸ ਨੂੰ ਅਸੀਂ ਲੋਕ ਨਾਟਕ ਦੇ ਅੰਡਰ ਇਸ ਲਈ ਨਹੀਂ ਰੱਖ ਸਕਦੇ ਕਿਉਂਕਿ ਉਹਦੇ ਵਿੱਚ ਬਹੁਤ ਸਾਰੀਆਂ ਵਿਧੀਆਂ ਜਿਨ੍ਹਾਂ ਨੂੰ ਥੋੜ੍ਹੇ ਸਮਾਂ ਪਹਿਲਾਂ ਹੀ ਬਣਾਇਆ ਗਿਆ, 1 ਸਦੀ ਜਾਂ 50 ਸਾਲ ਪਹਿਲਾਂ ਹੀ ਉਹਨਾਂ ਵਿਧੀਆਂ ਨੂੰ ਜਿਹੜਾ ਆਜ਼ਾਦ ਕੀਤਾ ਗਿਆ, ਠੀਕ ਹੈ। ਤਾਂ ਉਹ ਪੱਛਮ ਦੀਆਂ ਕੁਝ ਵਿਧੀਆਂ ਵੀ ਉਹਦੇ ਵਿੱਚ ਅਪਣਾਈਆਂ ਜਾਂਦੀਆਂ, ਉਹ ਬਹੁਤ ਸਾਰੀਆਂ ਚੀਜ਼ਾਂ ਦਾ ਮਿਲਗੋਭਾ ਹੈ। ਪਰ ਜਿਹੜਾ ਸ਼ੁੱਧ ਲੋਕਾਂ ਦਾ ਥੀਏਟਰ ਹੈ ਉਹ ਹੈ, ਉਹਨੂੰ ਅਸੀਂ ਲੋਕ ਨਾਟ ਕਹਿੰਦੇ ਹਾਂ, ਜਿਹਦੇ 'ਚ ਸਾਡੇ ਕੋਲ ਰਾਮਲੀਲਾ ਸ਼ਾਮਲ ਹੈ। ਰਾਮਲੀਲਾ ਜਿਹੜੀ ਉਹ ਸਦੀਆਂ ਪੁਰਾਣੀ ਸਾਡੇ ਪਿੰਡਾਂ ਦੇ ਵਿੱਚ ਚੱਲੀ ਆ ਰਹੀ ਹੈ। ਰਾਮਲੀਲਾ ਕਿਹਦੇ ਨਾਲ ਸੰਬੰਧਿਤ ਹੈ, ਜਦੋਂ ਦੁਸਹਿਰੇ ਦੇ ਦਿਨ ਨੇੜੇ ਹੁੰਦੇ ਆ ਤਾਂ ਉਦੋਂ 7-8 ਦਿਨ ਜਿਹੜੀ ਰਾਮਲੀਲਾ ਪਿੰਡਾਂ ਸ਼ਹਿਰਾਂ ਦੇ ਵਿੱਚ ਰਾਤ ਨੂੰ ਖੇਡੀ ਜਾਂਦੀ ਹੈ। ਇਸ ਤੋਂ ਇਲਾਵਾ ਰਾਸਲੀਲਾ ਜਿਹੜੀ ਹੈ ਸ਼੍ਰੀ ਕ੍ਰਿਸ਼ਨ ਦੇ ਨਾਲ ਸੰਬੰਧਿਤ ਹੈ। ਤਾਂ ਇਹਨਾਂ ਦੋਨਾਂ ਗੱਲਾਂ ਦੇ ਵਿੱਚ ਤੁਸੀਂ ਫਰਕ ਚੰਗੀ ਤਰ੍ਹਾਂ ਜਾਣ ਲੈਣਾ ਕਿਉਂਕਿ ਇਹਨਾਂ ਦੋਨਾਂ 'ਚੋਂ ਵੀ ਪ੍ਰਸ਼ਨ ਬਣਦਾ ਹੁੰਦਾ ਕਿ ਰਾਸਲੀਲਾ ਕਿਹਦੇ ਨਾਲ ਸੰਬੰਧਿਤ ਹੈ ਤੇ ਰਾਮਲੀਲਾ ਕਿਹਦੇ ਨਾਲ ਸੰਬੰਧਿਤ ਹੈ। ਇਸ ਤੋਂ ਬਾਅਦ ਸਵਾਂਗ ਹੈ, ਜਿਹੜੇ ਪਿੰਡਾਂ ਦੇ ਵਿੱਚ ਸਾਡੇ ਰੂਪ ਧਾਰ ਕੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਕਲਾਕਾਰ ਆਉਂਦੇ ਹੁੰਦੇ ਆ, ਕਦੇ ਉਹ ਥਾਣੇਦਾਰ ਬਣ ਕੇ ਆ ਗਿਆ, ਕਦੇ ਹੋਰ ਕੁਛ ਬਣ ਕੇ ਆ ਗਿਆ, ਕਦੇ ਕਿਸੇ ਚੀਜ਼ ਦਾ ਰੂਪ ਧਾਰ ਕਰਕੇ ਆ ਗਿਆ, ਤਾਂ ਉਹ ਸਵਾਂਗ ਧਾਰਦੇ ਆ।
ਇਸ ਤੋਂ ਇਲਾਵਾ ਪੁਤਲੀਆਂ ਦਾ ਜਿਹੜਾ ਨਾਚ ਹੈ ਉਹ ਜਿਵੇਂ ਧਾਗੇ ਦੇ ਨਾਲ ਛੋਟੀਆਂ ਛੋਟੀਆਂ ਗੁੱਡੀਆਂ ਨੂੰ ਨਚਾਇਆ ਜਾਂਦਾ ਹੈ, ਉਹ ਵੀ ਲੋਕ ਨਾਟ ਦੇ ਵਿੱਚ ਸ਼ਾਮਲ ਕਰਦੇ ਆ। ਇਸ ਤੋਂ ਇਲਾਵਾ ਨਕਲਾਂ ਹੈ, ਨਕਲਾਂ ਜਿਹੜੀਆਂ ਭੰਡ ਕਰਦੇ ਆ ਜਦੋਂ ਮੁੰਡੇ ਦਾ ਵਿਆਹ ਹੁੰਦਾ ਹੈ ਜਾਂ ਕਿਸੇ ਦੇ ਘਰੇ ਮੁੰਡਾ ਜੰਮਦਾ, ਤਾਂ ਇਸ ਤੋਂ ਬਾਅਦ ਵਿਹੜੇ ਦੇ ਵਿੱਚ ਜਾਂ ਵਿਹੜੇ ਤੋਂ ਬਾਹਰ ਦੋ ਜਿਹੜੇ ਸਾਡੇ ਕੋਲੇ ਹੁੰਦੇ ਆ ਜਿਹਨੂੰ ਰੰਗਾ ਤੇ ਬਿਗਲਾ ਕਿਹਾ ਜਾਂਦਾ, ਜਿਨ੍ਹਾਂ ਦੇ ਕੋਲੇ ਇੱਕ ਚਮੋਟਾ ਵੀ ਹੁੰਦਾ ਹੈ, ਤਾਂ ਉਹ ਇੱਕ ਦੂਜੇ ਨੂੰ ਮਜ਼ਾਕ ਕਰ ਕਰਕੇ, ਇੱਕ ਦੂਜੇ ਦੀ ਬੇਇੱਜ਼ਤੀ ਕਰ ਕਰਕੇ, ਵਿਅੰਗ ਕਰਕੇ, ਰਾਜਨੀਤਿਕ ਵਿਅੰਗ ਕਰਤੇ, ਕਦੇ ਲੋਕਾਂ ਤੇ ਵਿਅੰਗ ਕਰਤੇ, ਤਾਂ ਉਹ ਨਕਲਾਂ ਸਾਡੇ ਸਾਹਮਣੇ ਪੇਸ਼ ਕਰਕੇ ਜਾਂਦੇ ਆ। ਇਹ ਸਾਰਾ ਕੁਝ ਜਿਹੜਾ ਉਹ ਲੋਕ ਨਾਟ ਦੇ ਵਿੱਚ ਸ਼ਾਮਲ ਹੈ। ਇਸ ਤੋਂ ਬਾਅਦ ਤੀਜੀ ਕਲਾ ਕਿਹੜੀ ਹੈ ਲੋਕਾਂ ਦੇ ਵਿੱਚ? ਨੱਚਣ ਦੀ ਕਲਾ, ਜਿਹਨੂੰ ਅਸੀਂ ਲੋਕ ਨਾਚ ਕਹਿੰਦੇ ਆ। ਠੀਕ ਹੈ, ਇਹਦੇ ਵਿੱਚ ਭੰਗੜਾ ਸ਼ਾਮਲ ਹੈ, ਗਿੱਧਾ ਸ਼ਾਮਲ ਹੈ, ਝੂਮਰ ਸ਼ਾਮਲ ਹੈ ਤੇ ਸੰਮੀ ਸ਼ਾਮਲ ਹੈ। ਇਹ ਲੋਕ ਨਾਚ ਕਿਉਂ ਆ? ਕਿਉਂਕਿ ਇਹਨਾਂ ਨਾਚਾਂ ਨੂੰ ਨੱਚਣ ਲਈ ਕੋਈ ਬੱਝਵੇਂ ਨਿਯਮ ਨਹੀਂ ਬਣੇ ਹੋਏ। ਲੋਕਾਂ ਨੇ ਜਿਵੇਂ ਜਿਸ ਮੌਕੇ ਤੇ ਸਹੀ ਲੱਗਿਆ ਉਹਨਾਂ ਨੂੰ, ਤਾਂ ਉਹਨਾਂ ਨੇ ਇਹ ਨਾਚ ਬਣਾ ਲਏ। ਠੀਕ ਹੈ, ਹੁਣ ਜਿਵੇਂ ਕਿ ਕਾਲਜਾਂ ਯੂਨੀਵਰਸਿਟੀ ਦੀਆਂ ਸਟੇਜਾਂ ਤੇ ਜਿਹੜੇ ਨੱਚੇ ਜਾਂਦੇ ਆ ਭੰਗੜਾ ਗਿੱਧਾ, ਉਹ ਬਹੁਤ ਸ਼ਾਂਗ ਕੇ ਬਣਾਇਆ ਹੋਇਆ ਭੰਗੜਾ ਗਿੱਧਾ ਹੈ, ਕਿਉਂਕਿ ਉਹਦੇ ਵਿੱਚ ਬਹੁਤ ਰੂਲ ਸਾਡੇ ਯੂਨੀਵਰਸਿਟੀਆਂ ਵੱਲੋਂ ਜਾਂ ਕਾਲਜਾਂ ਦੇ ਵੱਲੋਂ ਜਾਂ ਮੁਕਾਬਲੇ ਜਿਹੜਾ ਕਰਵਾ ਰਿਹਾ ਬੰਦਾ ਉਹਦੇ ਵੱਲੋਂ ਲਾਗੂ ਹੋ ਜਾਂਦੇ ਆ। ਪਰ ਲੋਕ ਨਾਚ ਜਿਹੜਾ ਅਸਲ ਹੁੰਦਾ, ਜਿਹੜਾ ਸੁਤੇ ਸਿੱਧ ਹੀ ਨੱਚਿਆ ਜਾਵੇ, ਉਹਦੇ ਵਿੱਚ ਭੰਗੜਾ ਸ਼ਾਮਲ ਹੈ, ਗਿੱਧਾ, ਝੂਮਰ ਹੈ, ਸੰਮੀ ਹੈ, ਇਸ ਤੋਂ ਇਲਾਵਾ ਹੋਰ ਵੀ ਧਮਾਲ ਹੈ, ਲੁੱਡੀ ਹੈ, ਮਲਵਈ ਗਿੱਧਾ, ਇਹ ਸਾਰਾ ਕੁਝ ਅਸੀਂ ਲੋਕ ਨਾਚਾਂ ਦੇ ਵਿੱਚ ਸ਼ਾਮਲ ਕਰਦੇ ਹਾਂ, ਜਿਨ੍ਹਾਂ ਨੂੰ ਲੋਕ ਆਪ ਮੁਹਾਰੇ ਨੱਚਦੇ ਆ ਖੁਸ਼ੀ ਦੇ ਮੌਕਿਆਂ ਤੇ। ਇਸ ਤੋਂ ਅਗਲਾ ਸਾਡੇ ਕੋਲੇ ਹੈਗੀ ਹੈ ਮੂਰਤੀ ਕਲਾ। ਤੁਸੀਂ ਦੇਖ ਰਹੇ ਹੋਗੇ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਕਰ ਰਹੇ ਆ, ਇਹਦੇ ਵਿੱਚ ਕੋਈ ਨਾ ਕੋਈ ਕਲਾ ਹੈ ਜਿਹੜੀ ਅਸੀਂ ਪ੍ਰੈਜ਼ੈਂਟ ਕਰਦੇ ਹਾਂ ਦੂਜੇ ਦੇ ਸਾਹਮਣੇ। ਉਵੇਂ ਮੂਰਤੀ ਕਲਾ ਵੀ ਇਹਦੇ ਵਿੱਚ ਹੀ ਆਉਂਦੀ ਹੈ। ਇਹਦੇ 'ਚ ਕੀ ਹੈ? ਮਿੱਟੀ ਦਾ ਬਾਵਾ ਬਣਾਇਆ ਜਾਂਦਾ, ਜਿਵੇਂ ਕਿਉਂਕਿ ਪੰਜਾਬ ਦੇ ਲੋਕ ਗੀਤਾਂ ਦੇ ਵਿੱਚ ਮਿੱਟੀ ਦੇ ਬਾਵੇ ਦਾ ਬਹੁਤ ਜਿਹੜਾ ਜ਼ਿਕਰ ਆਉਂਦਾ ਹੈ ਕਿ ਮਿੱਟੀ ਦਾ ਮੈਂ ਬਾਵਾ ਬਣਾਉਣੀ ਉੱਤੇ ਪਾ ਦਿੰਨੀ ਆ ਖੇਸੀ, ਇਸ ਤਰ੍ਹਾਂ ਨਾ ਰੋ ਮਿੱਟੀ ਦੇ ਬਾਵੇ ਆ ਤੇਰਾ ਪਿਓ ਪਰਦੇਸੀ, ਇਸ ਤਰ੍ਹਾਂ ਦੇ ਗਾਣੇ ਉਹ ਮਿੱਟੀ ਦੇ ਬਾਵੇ ਨੂੰ ਸੰਬੰਧਿਤ ਨੇ। ਇਸ ਤੋਂ ਇਲਾਵਾ ਦੇਵਤਿਆਂ ਦੀਆਂ ਜਿਹੜੀਆਂ ਮੂਰਤੀਆਂ ਬਣਾਈਆਂ ਜਾਂਦੀਆਂ, ਜਿਹਦੇ ਵਿੱਚ ਅਸੀਂ 8ਵੀਂ ਜਮਾਤ ਦੇ ਵਿੱਚ ਸ਼ਾਇਦ ਇੱਕ ਸਾਂਝੀ ਮਾਈ ਵਾਲਾ ਲੈਸਨ ਪੜ੍ਹਦੇ ਹਾਂ, ਉਹਦੇ ਵਿੱਚ ਦੇਵਤਿਆਂ ਦੀ ਮੂਰਤੀ ਬਾਰੇ ਗੱਲ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜਦੋਂ ਚੇਤ ਚੜ੍ਹਦਾ ਪਿੰਡਾਂ ਦੇ ਵਿੱਚ, ਤਾਂ ਪਿੰਡਾਂ ਦੇ ਲੋਕ ਜਿਹੜੇ ਆ ਗੋਹੇ ਦੇ ਨਾਲ ਆਪਦੇ ਘਰਾਂ ਨੂੰ ਲਿਪਦੇ ਆ। ਇਸ ਤੋਂ ਇਲਾਵਾ ਚੁੱਲ੍ਹਿਆਂ ਨੂੰ ਲਿਪਿਆ ਜਾਂਦਾ, ਕੰਧੋਲੀਆਂ ਨੂੰ ਲਿਪਿਆ ਜਾਂਦਾ, ਕੰਧੋਲੀਆਂ ਤੇ ਮੋਰ ਘੁੱਗੀਆਂ ਬਣਾਏ ਜਾਂਦੇ, ਉਹ ਸਾਰਾ ਕੁਝ ਵੀ ਜਿਹੜਾ ਉਹ ਮੂਰਤੀ ਕਲਾ ਦੇ ਵਿੱਚ ਸ਼ਾਮਲ ਹੈ। ਇਸ ਤੋਂ ਬਾਅਦ ਕੁਝ ਕੁ ਚੀਜ਼ਾਂ ਰਹਿ ਗਈਆਂ ਜਿਹਨਾਂ ਨੂੰ ਅਸੀਂ ਇਕੱਠਾ ਰੱਖ ਲੈਂਦੇ ਹਾਂ। ਇਮਾਰਤ ਸਾਜੀ ਮੈਂ ਲਿਖਿਆ ਹੋਇਆ ਹੈ, ਇਮਾਰਤ ਸਾਜੀ ਵੀ ਲੋਕ ਕਲਾ ਦੇ ਵਿੱਚ ਆਉਂਦੀ ਹੈ, ਕਿਉਂਕਿ ਜਿਹੜੇ ਅਸਲ ਦੇ ਵਿੱਚ ਇਸ ਨੂੰ ਲੋਕ ਕਿੱਤਿਆਂ ਦੇ ਵਿੱਚ ਵੀ ਰੱਖਾਂਗੇ। ਜਿਹੜਾ ਮਿਸਤਰੀ ਦਾ ਕਿੱਤਾ ਹੈ, ਰਾਜ ਮਿਸਤਰੀ ਦਾ ਕਿੱਤਾ ਹੈ, ਉਹ ਇਮਾਰਤ ਸਾਜੀ ਦੇ ਵਿੱਚ ਆਉਂਦਾ। ਪਹਿਲਾਂ ਉਹਨਾਂ ਨੇ ਪੀੜ੍ਹੀ ਦਰ ਪੀੜ੍ਹੀ ਉਹ ਗੱਲਾਂ ਸਿੱਖੀਆਂ ਹੋਈਆਂ ਸੀ, ਤਾਂ ਉਸੇ ਤਰ੍ਹਾਂ ਉਹ ਇਮਾਰਤਾਂ ਬਣਾਉਂਦੇ ਸੀ, ਕੱਚੇ ਘਰ ਬਣਾਉਂਦੇ ਸੀ। ਠੀਕ ਹੈ, ਅੱਜ ਕੱਲ੍ਹ ਤਾਂ ਅਸੀਂ ਜਿਹੜਾ ਹੈ ਆਪਦੀ ਇੰਟੀਰੀਅਰ ਡੈਕੋਰੇਸ਼ਨ ਕਰਾਉਣ ਦੇ ਲਈ ਸਪੈਸ਼ਲ ਆਰਕੀਟੈਕਚਰ ਦੇ ਕੋਲ ਜਾਂਦੇ ਆ, ਤਾਂ ਮਤਲਬ ਬਹੁਤ ਸਾਰੇ ਰੂਲ ਬਣ ਚੁੱਕੇ ਆ, ਬਹੁਤ ਸਾਰੇ ਸਿਧਾਂਤ ਬਣ ਚੁੱਕੇ ਆ। ਪਰ ਜਿਹੜੀ ਕਲਾ ਸੁਤੇ ਸਿੱਧ ਉਹਨਾਂ ਦੇ ਕੋਲੇ ਸੀਗੀ, ਉਹ ਮਿਸਤਰੀਆਂ ਦੇ ਕੋਲੇ ਸੀ, ਉਹ ਇਮਾਰਤ ਸਾਜੀ ਜਿਹੜੀ ਆ ਉਹ ਲੋਕ ਕਲਾ ਦੇ ਵਿੱਚ ਆਉਂਦੀ ਹੈ। ਇਸ ਤੋਂ ਇਲਾਵਾ ਵਿਅੰਗ ਚਿੱਤਰ ਵੀ ਇਹਦੇ ਵਿੱਚ ਸ਼ਾਮਲ ਹੈ। ਜਿਵੇਂ ਅੱਜ ਕੱਲ੍ਹ ਵੀ ਤੁਸੀਂ ਅਜੀਤ ਅਖਬਾਰ ਦੇ ਵਿੱਚ ਦੇਖਦੇ ਹੋਵੋਗੇ ਕਿ ਜੇ ਕੋਈ ਘਟਨਾ ਵਾਪਰ ਜਾਂਦੀ ਹੈ, ਤਾਂ ਕੁਝ ਕਾਰਟੂਨਿਸਟ ਜਿਹੜੇ ਆ ਉਹ ਵਿਅੰਗ ਚਿੱਤਰ ਬਣਾ ਕੇ ਉਸ ਦੇ ਨਾਲ ਨਾਲ ਇੱਕ ਗਜ਼ਲ ਵਗੈਰਾ ਜਾਂ ਕਵਿਤਾ ਲਿਖੀ ਹੁੰਦੀ ਹੈ। ਠੀਕ ਹੈ, ਤਾਂ ਇਹ ਸਾਰਾ ਕੁਝ ਅਸੀਂ ਸ਼ਾਮਲ ਕਰਦੇ ਹਾਂ ਲੋਕ ਕਲਾਵਾਂ ਦੇ ਵਿੱਚ। ਅਸੀਂ ਫੇਰ ਦੁਹਰਾ ਲੈਂਦੇ ਹਾਂ ਲੋਕ ਸੰਗੀਤ, ਲੋਕ ਨਾਟ, ਲੋਕ ਨਾਚ ਤੇ ਮੂਰਤੀ ਕਲਾ। ਲੋਕਧਾਰਾ ਦੀ ਸਮੱਗਰੀ ਦੇ ਵਿੱਚ ਤੀਜਾ ਸਥਾਨ ਹੈ ਅਨੁਸ਼ਠਾਨਾਂ ਦਾ, ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਅਸੀਂ ਰਿਚੁਅਲਸ ਵੀ ਕਹਿੰਦੇ ਹਾਂ, ਜਾਂ ਅਸੀਂ ਇਸ ਨੂੰ ਰੀਤੀ ਰਿਵਾਜ ਕਹਿ ਸਕਦੇ ਹਾਂ ਕਿ ਕਿਸੇ ਸਮਾਜ ਦੇ ਵਿੱਚ ਲੋਕਾਂ ਦੇ ਕੀ ਰਿਵਾਜ ਨੇ, ਕਿਸ ਤਰ੍ਹਾਂ ਉਹ ਤਿੱਥ ਤਿਉਹਾਰਾਂ ਨੂੰ ਮਨਾਉਂਦੇ ਆ, ਕਿਸ ਤਰ੍ਹਾਂ ਦੇ ਕਾਰਜ ਕਰਦੇ ਆ ਉਹ ਆਪਦੇ ਵੱਖ-ਵੱਖ ਭਾਵਨਾਵਾਂ ਨੂੰ ਪ੍ਰਗਟਾਉਣ ਦੇ ਲਈ। ਤਾਂ ਇਹਨੂੰ ਵੀ ਅਸੀਂ ਮੁੱਖ ਰੂਪ ਦੇ ਵਿੱਚ ਕੁਝ ਭਾਗਾਂ 'ਚ ਵੰਡਦੇ ਹਾਂ। ਸਭ ਤੋਂ ਪਹਿਲਾਂ ਇਹਦੇ ਵਿੱਚ ਹੈ ਲੋਕ ਰੀਤੀ ਰਿਵਾਜ। ਠੀਕ ਹੈ, ਰੀਤੀ ਰਿਵਾਜ ਦੇ ਵਿੱਚ ਕੀ ਸ਼ਾਮਲ ਹੈ? ਜਨਮ ਤੋਂ ਮੌਤ ਤੱਕ ਜਿਹੜੀਆਂ ਵੀ ਰੀਤਾਂ ਇੱਕ ਪੰਜਾਬੀ ਬੰਦਾ ਕਰਦਾ, ਉਹ ਪੰਜਾਬੀ ਲੋਕਧਾਰਾ ਦੇ ਅਨੁਸ਼ਠਾਨਾਂ ਦੇ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਕਿਸੇ ਵੀ ਜਿਹੜਾ ਕੋਈ ਖੇਤਰ ਹੈ ਉਹਦੇ ਵਿੱਚ ਜਨਮ ਤੋਂ ਲੈ ਕੇ, ਜਿਵੇਂ ਸਾਡੇ ਜਨਮ ਤੋਂ ਲੈ ਕੇ ਕੀ ਕੀਤਾ ਜਾਂਦਾ? ਸਭ ਤੋਂ ਪਹਿਲਾਂ ਅਨੁਸ਼ਠਾਨ ਕੀ ਕੀਤਾ ਜਾਂਦਾ? ਗੁੜਤੀ ਦਿੱਤੀ ਜਾਂਦੀ ਹੈ। ਗੁੜਤੀ ਤੋਂ ਬਾਅਦ ਛਠੀ ਦੀ ਰਸਮ ਹੁੰਦੀ ਹੈ। ਕਈ ਲੋਕ 13ਵਾਂ ਕਰਦੇ ਆ, ਕਈ ਲੋਕ 21ਵਾਂ ਕਰਦੇ ਆ। ਇਸ ਤੋਂ ਬਾਅਦ ਉਹਦੇ ਨਾਨਕੇ ਜਿਹੜੇ ਉਹਦੇ ਵਾਸਤੇ ਸ਼ੂਸ਼ਕ ਲੈ ਕੇ ਆਉਂਦੇ ਆ, ਤਾਂ ਫਿਰ ਸਾਡੇ ਜਿਹੜੀਆਂ ਮੁੰਡਣ ਦੀ ਰਸਮ ਵੀ ਹੁੰਦੀ ਹੈ, ਕਈ ਹਿੰਦੂ ਭਾਈਚਾਰੇ ਦੇ ਵਿੱਚ ਹੁੰਦੀ ਹੈ। ਇਸ ਤੋਂ ਇਲਾਵਾ ਜਦੋਂ ਉਹ ਵੱਡਾ ਹੁੰਦਾ ਤਾਂ ਫਿਰ ਵਿਆਹ ਦੀਆਂ ਰਸਮਾਂ ਹੁੰਦੀਆਂ। ਵਿਆਹ ਦੀਆਂ ਰਸਮਾਂ ਤੋਂ ਬਾਅਦ ਮੌਤ ਤੱਕ ਦੀਆਂ ਰਸਮਾਂ ਜਿਹੜੀਆਂ ਉਹ ਪੰਜਾਬੀ ਸਮਾਜ ਦੇ ਵਿੱਚ ਕੀਤੀਆਂ ਜਾਂਦੀਆਂ। ਉਹ ਸਾਰਾ ਕੁਝ ਜਿਹੜਾ ਅਸੀਂ ਰੀਤੀ ਰਿਵਾਜਾਂ ਦੇ ਵਿੱਚ ਸ਼ਾਮਲ ਕਰਦੇ ਹਾਂ। ਠੀਕ ਹੈ, ਵਿਆਹ ਦੀਆਂ ਰਸਮਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਰਸਮਾਂ ਜਿਨ੍ਹਾਂ 'ਚੋਂ ਪੇਪਰ 'ਚ ਸਵਾਲ ਬਣਦਾ ਹੈ, ਜਿਵੇਂ ਕਿ ਸਿਹਰਾ ਬੰਨ੍ਹਣਾ, ਠੀਕ ਹੈ, ਘੋੜੀ 'ਤੇ ਚੜ੍ਹਨਾ, ਸੁਰਮਾ ਪਾਉਣਾ, ਇਸ ਤਰ੍ਹਾਂ ਦੀਆਂ ਰੀਤਾਂ ਨੇ ਜਿਹੜੀਆਂ ਸਾਰੀਆਂ ਅਨੁਸ਼ਠਾਨਾਂ ਦੇ ਵਿੱਚ ਆਉਣਗੀਆਂ। ਇਸ ਤੋਂ ਬਾਅਦ ਦੂਜਾ ਸਾਡੇ ਕੋਲ ਹੈਗੇ ਆ ਮੇਲੇ ਤੇ ਤਿਉਹਾਰ। ਇਹ ਵੀ ਇੱਕ ਭਾਵਨਾ ਪ੍ਰਗਟ ਕਰਨ ਦਾ, ਆਪਦੀ ਖੁਸ਼ੀ, ਆਪਦੇ ਹੁਲਾਸ ਪ੍ਰਗਟ ਕਰਨ ਦੇ ਕਾਰਜ ਨੇ ਸਾਡੇ ਕੋਲੇ, ਤਾਂ ਇਹ ਅਨੁਸ਼ਠਾਨਾਂ 'ਚ ਇਸ ਲਈ ਸ਼ਾਮਲ ਕੀਤੇ ਜਾਂਦੇ ਆ।
ਜਿਨ੍ਹਾਂ ਦੇ ਵਿੱਚ ਕई ਤਰ੍ਹਾਂ ਦੇ ਤਿਉਹਾਰ ਆ ਜਿਹੜੇ ਸਾਲ ਦੇ ਸ਼ੁਰੂ ਤੋਂ ਸ਼ੁਰੂ ਹੋ ਜਾਂਦੇ ਆ ਤੇ ਐਂਡ ਤੱਕ ਚੱਲਦੇ ਆ। कि भारत देश नूं जां पंजाब नूं खास करके मेलियां ते त्योहारां दा देश कहा जाता है, क्योंकि मैनूं लगदा इत्थे कोई भी जिहड़ा दिन कोई भी महीना अजिहा नहीं लंघदा जिथे साडा कोई त्यौहार ना होवे, कोई मेला ना होवे जां कोई खास दिन ना होवे। ਇਹਦੇ ਵਿੱਚ ਕੀ शामिल करते हैं ਅਸੀਂ विसाखी, दुसहरा, दिवाली, इस तो इलावा सारे त्यौहारां दे नाम तुहानूं पता ही होणगे। ते नाल जिहड़ी नोट करन वाली गल है कि ਅਸੀਂ गुरपुरब ते जयंतियां नूं ਇਹਦੇ ਵਿੱਚ शामिल करते हैं। गुरपुरब जिहड़े आ ਉਹ सिख गुरुआं दे जन्म दे नाल संबंधित दिनां नूं किहा जांदा है। इस तो इलावा जयंतियां जिहड़ियां ने जिहदे विच गुरु रविदास जयंती, कबीर जी की जयंती, इस तरह के जिहड़े महापुरख होए आ, पीर पैगंबर होए आ, उन्हां दे जन्म नाल संबंधित जिहड़ियां तरीकां ने जां जिहड़े दिन है वो इहदे विच शामिल कीते जांदे आ। इस तो इलावा अगला है साडे कोले वर्त ते पूजा। जिहड़े त्यौहार है ये तो चलो सानूं सारिआं नूं पता है। इस तो इलावा असीं वर्तां नूं भी त्यौहारां दे विच शामिल कर दिंदे आ, जिवें करवा चौथ दा वर्त हो गया, एक झक्करी दा वर्त भी कहिंदे आ, जिहड़ियां मावां आपदे पुत्तां लई रखदियां जां आपदी औलाद लई रखदियां। इस तो इलावा पीरां दी सुखना भी इहदे विच शामिल कीती जांदी है, लक्ष्मी पूजा भी शामिल कीती जांदी है। मैं एक एक गल ब्लैक बोर्ड ते इस गल सॉरी वाइट बोर्ड ते मैं एक एक गल इस गल करके नोट कीती है तां कि तुहाडे दिमाग दे विच बैठ सके, तुसीं इस नूं नोट कर सको, क्योंकि पेपर दे विच प्रश्न जिहड़ा है वो निक्की जी गल तो बनदा हुंदा है। ओवरऑल सानूं बहुत चीज़ां पता हुंदियां, पर मान लो असीं एक गल छड्डती कि पीरां दी सुखना ये वाली गल असीं ना करिए ਤਾਂ पेपर ਦੇ ਵਿੱਚ प्रश्न पीरां ਦੀ सुखना ਨਾਲ ਸੰਬੰਧਿਤ ਆ ਜੇ ਕਿ ਪੀਰਾਂ ਦੀ ਸੁਖਨਾ ਨੂੰ ਲੋਕ ਧਾਰਾ ਦੀ ਕਿਹੜੀ ਸਮੱਗਰੀ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਤਾਂ ਉਹਦਾ ਜਵਾਬ ਹੋਊਗਾ ਅਨੁਸ਼ਠਾਨਾਂ ਦੇ ਵਿੱਚ। ਠੀਕ ਹੈ। ਇਸ ਤਰ੍ਹਾਂ ਲక్ష్ਮੀ ਪੂਜਾ, ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੀ ਹਲ ਤੇ ਬੈਲ ਦੀ ਪੂਜਾ ਕੀਤੀ ਜਾਂਦੀ ਹੈ। ਹੁਣ ਤਾਂ ਖੈਰ ਸਾਡੇ ਕੋਲ ਟਰੈਕਟਰ ਆ ਗਏ ਨੇ। ਇਸ ਤੋਂ ਇਲਾਵਾ ਇੱਕ ਅੱਧੇ ਹੋਰ ਸਾਡੇ ਘਰਾਂ ਦੇ ਵਿੱਚ ਰਸਮਾਂ ਰਿਵਾਜ ਕੀਤੇ ਜਾਂਦੇ ਆ, ਜਿਵੇਂ घर पाउण तो पहलां जिहड़ा नींह दे विच 1 रुपया धर के उत्ते खंभणी बन के इट्ट ते भाई जी तो अरदास करवाई जाती है। इस तरह दीयां चीज़ां ने मुहूर्त किया जाता किसी भी नवें काम का जां किसी नवें जे असीं नवें घर दे विच जा रहे हैं उसका मुहूर्त किया जाता। ये सारे रस्मां रिवाज, ये सारे कारज असीं अनुष्ठानां दे विच शामिल करते हैं। इहदा इन्हां दे पिछे भाव की है, इन्हां दे पिछे उद्देश की है, वो चाहे लोकां नूं ना पता होवे, पर क्योंकि लोकां दे पीढ़ी दर पीढ़ी ये गल कीती जा रही है, इसे विश्वास तहत ये गल जिहड़ी आ वो रिवाजां दे विच शामिल हो जाती है, तां लोक इस नूं अपने वडेरियां दी रीसे रीस इस नूं करदे रहिंदे ने। लोक मन नूं इस गल नाल संतुष्टि मिलदी है। तां ਇਹਦੇ ਵਿੱਚ एक गल होर नोट करने वाली है कि ये जो गल्लां भी असीं कर रहे हैं, जो रीति रिवाजां दीयां गल्लां कर रहे हैं, जो वहमां भरमां जां वर्तां दीयां पूजा दीयां गल्लां कर रहे हैं, तां ये साडा लोक धारा समग्री दा जिहड़ा अध्ययन दा विशा है कि असीं इस नूं पढ़ना कि साडे लोक किवें सोचदे आ जां पंजाबी समाज नूं किन्ना गल्लां तो असीं पछाण सकदे हां। असल दे विच जो रीति रिवाज हुंदे आ, जो मेले तिहार हुंदे आ, जो लोक कलावां हुंदियां है, वो किसी भी समाज का पछाण रूप होंदियां। इन्हां तो असीं पछाण सकते हैं कि पंजाबी समाज इन्हां गल्लां दे विचों निकलदा आ रहा है। इहदे विच साडे कोले ये बहस का विशा नहीं होना चाहिए कि ये गल्लां चंगीआं जां माड़ीआं। वो लोगों ने खुद जो जिवें लोगों का चेतनता का पद्धर वधूगा, जिवें जिवें लोग पढ़ लिख जाणगे, लोगों नूं पता लग जाऊगा तो वो आप ही कुछ गल्लां नूं छड्ड दिंदे आ, कुछ नवीआं गल्लां नूं अपना लैंदे आ। खैर साडा ये पढ़न का मकसद ये है क्योंकि साडे लई साडे लोकां नूं, साडीआं परंपरावां नूं, साडे पछाण चिन्हां नूं जानना ਜ਼ਰੂਰੀ ਹੈ। ਇਸ ਤੋਂ ਹੀ ਅਸੀਂ ਪੰਜਾਬੀ ਸਮਾਜ ਨੂੰ ਹਿੰਦੀ ਸਮਾਜ ਨਾਲੋਂ ਵੱਖ ਕਰ ਸਕਦੇ ਹਾਂ, ਪੰਜਾਬੀ ਸਮਾਜ ਨੂੰ ਤਾਮਿਲਨਾਡੂ ਵਾਲੇ ਸਮਾਜ ਤੋਂ ਵੱਖ ਕਰ ਸਕਦੇ ਹਾਂ, ਜਾਂ ਅੰਗਰੇਜ਼ਾਂ ਨਾਲੋਂ ਅਸੀਂ ਇਹਨਾਂ ਗੱਲਾਂ ਕਰਕੇ ਹੀ ਵੱਖ ਹੁੰਨੇ ਆ ਕਿਉਂਕਿ ਸਾਡੇ ਰੀਤੀ ਰਿਵਾਜ, ਸਾਡੀ ਸੋਚਣੀ ਦਾ ਢੰਗ ਉਹਨਾਂ ਨਾਲੋਂ ਵੱਖ ਹੁੰਦਾ ਤੇ ਉਹ ਵੱਖ ਢੰਗ ਕਿਉਂ ਹੁੰਦਾ, ਕਿਹੜੀ ਚੀਜ਼ ਹੈ, ਉਹ ਪੜ੍ਹਨਾ ਹੀ ਸਾਡਾ ਮਕਸਦ ਹੈ। ਵਿਦਿਆਰਥੀਓ ਅਗਲਾ ਜਿਹੜਾ ਭਾਗ ਹੈ ਸਾਡਾ ਉਹ ਲੋਕ ਵਿਸ਼ਵਾਸਾਂ ਦਾ ਹੈ। ਲੋਕ ਵਿਸ਼ਵਾਸਾਂ ਦੇ ਵਿੱਚ ਕੀ ਚੀਜ਼ ਆ ਜਾਂਦੀ ਹੈ कि साडे लोग किसी चीज़ बारे चंगा सोचते हैं, किसी चीज़ बारे उन्होंने लगता कि चीज़ माड़ी होगी। इस संबंधी उन्होंने कोले बहुत सारे वहम भरम, बहुत सारे विश्वास है जिन्होंने असीं इहदे विच शामिल करते हैं। उहदे विच जादू नाल संबंधित उन्होंने लगता कि किसी ने ते जादू करता, जां पिंडां दे विच उन्होंने जिवें सियाणे कहा जाता, जिन्हां दे कोल जिन्हां नूं ओह मनदे आ कि ये साडीआं तकलीफां नूं हल कर देणगे, ये साडे बारे भविख बारे दस देणगे। अजिहे लोग पिंडां 'च कुछ हुंदे आ, लोग उन्हां नूं सियाणे मनदे आ, ओह जादू टूणे करके दिंदे आ। ठीक है, टूणे टोटके आ, मतलब टूणे दे विच शामिल हो जांदा भी किसी जगह ते कुछ निश्चित समग्री नूं रखे आउणा, ओह टूणा है। टोटका जिहड़ा ओह घरे ही करदे आ, जिवें कि मावां करदियां, उन्हां नूं लगदा कि साडे बच्चे नूं नज़र लग गई है तो ਉਹਦੇ ਉੱਤੋਂ पैर की मिट्टी किसी बंदे ਦੀ ਚੱਕ के वार ਦਿੰਦੇ ਆ, ਜਾਂ ਉਸੇ ਬੱਚੇ ਦੇ सिर के वाल ਜਿਹੜੇ ਕੰਘੇ ਦੇ ਵਿੱਚ ਆਏ ਹੋਏ ਆ ਉਹਨਾਂ ਨੂੰ ਚੱਕ ਕੇ ਉਹ ਵਾਰ ਦਿੰਦੇ ਆ। ਇਹ ਟੋਟਕੇ ਹੁੰਦੇ ਜਿਨ੍ਹਾਂ ਨਾਲ ਉਹਨਾਂ ਨੂੰ ਲੱਗਦਾ ਕਿ ਬੱਚਾ ਜਿਹੜਾ ਠੀਕ ਹੋ ਜਾਊਗਾ, ਇਹਦਾ ਬੁਖਾਰ ਠੀਕ ਹੋ ਜਾਊਗਾ।
ਕੁਛ ਤਵੀਤ ਸ਼ਗਨ ਅਪਸ਼ਗਨ। ਸ਼ਗਨ ਅਪਸ਼ਗਨ ਦੇ ਵਿੱਚ ਕੀ ਆ ਜਾਂਦਾ ਹੈ, ਜਿਵੇਂ ਸਾਨੂੰ ਲੱਗਦਾ ਹੈ ਕਿ ਫਲਾਨਾ ਬੰਦਾ ਮੱਥੇ ਲੱਗਿਆ ਉਹ ਚੰਗਾ ਹੋ ਗਿਆ, ਮੇਰੇ ਨਾਲ ਚੰਗਾ ਸ਼ਗਨ ਹੋ ਗਿਆ। ਜੇ ਬਿੱਲੀ ਸਾਡਾ ਜਾਂਦਿਆਂ ਦਾ ਰਾਹ ਕੱਟ ਗਈ ਤਾਂ ਇਹ ਮਾੜੀ ਗੱਲ ਹੋ ਗਈ ਹੈ। ਇਸ ਤਰ੍ਹਾਂ ਦੇ ਜਿਹੜੇ ਕੁਝ ਲੋਕ ਮਨਾਂ ਦੇ ਵਿੱਚ ਵਸੇ ਹੋਏ ਵਹਿਮ ਭਰਮ ਹੁੰਦੇ ਆ। ਇਸ ਤੋਂ ਇਲਾਵਾ ਦੇਵੀ ਦੇਵਤਿਆਂ ਨਾਲ ਸੰਬੰਧਿਤ ਵੀ ਹੁੰਦੇ ਆ ਵਹਿਮ ਭਰਮ ਜਾਂ ਵਿਸ਼ਵਾਸ। ਜਿਵੇਂ ਕਿ ਸ਼ਨੀਵਾਰ ਨੂੰ ਲੋਕ ਤੇਲ ਦੇ ਵਿੱਚ ਜਿਹੜਾ ਤੇਲ ਲੈ ਕੇ ਕੁਝ ਲੋਕ ਫਿਰਦੇ ਹੁੰਦੇ, ਉਹਨਾਂ 'ਚ ਲੋਕ ਕੁਝ ਪੈਸੇ ਪਾ ਦਿੰਦੇ ਆ। ਲੋਕਾਂ ਨੂੰ ਲੱਗਦਾ ਕਿ ਸ਼ਨੀਵਾਰ ਜਿਹੜਾ ਦਾਨ ਦਿੱਤਾ ਉਹ ਚੰਗਾ ਹੁੰਦਾ, ਇਹਦੇ ਨਾਲ ਜਿਹੜਾ ਸ਼ਨੀ ਦੇਵਤਾ ਉਹ ਸਾਡੇ ਤੇ ਖੁਸ਼ ਰਹੂਗਾ। ਇਸ ਤਰ੍ਹਾਂ ਭੂਤਾਂ ਚੁੜੇਲਾਂ ਨਾਲ ਸੰਬੰਧਿਤ ਵੀ ਲੋਕਾਂ ਦੇ ਵਿਸ਼ਵਾਸ ਹੈ ਕਿ ਲੋਕ ਕਈ ਪਿੰਡਾਂ ਦੇ ਲੋਕ ਜਿਹੜੇ ਆ ਦੁਪਹਿਰ ਵੇਲੇ ਸਿਵਿਆਂ ਦੇ ਮੂਹਰ ਦੀ ਨਹੀਂ ਲੰਘਦੇ। ਜੇਕਰ ਉਹ ਲੰਘਦੇ ਵੀ ਆ ਤਾਂ ਕੋਈ ਖੁਸ਼ਬੂ ਵਾਲੀ ਚੀਜ਼ ਲਾ ਕੇ ਨਹੀਂ ਲੰਘਦੇ। ਉਹਨਾਂ ਨੂੰ ਇਹ ਲੱਗਦਾ ਕਿ ਜੇਕਰ ਖੁਸ਼ਬੂ ਵਾਲਾ ਕੋਈ ਸ਼ੈਂਪੂ ਤੇਲ ਵਗੈਰਾ ਸਾਡੇ ਲੱਗਿਆ ਹੋਊਗਾ, ਪਾਊਡਰ ਹੀ ਲੱਗਿਆ ਹੋਊਗਾ, ਤਾਂ ਸਾਡੇ ਮਗਰ ਭੂਤਾਂ ਚੁੜੇਲਾਂ ਪੈ ਜਾਣਗੀਆਂ। ਅਜਿਹੇ ਗੱਲਾਂ ਲੋਕਾਂ ਦੇ ਮਨਾਂ ਦੇ ਵਿੱਚ ਵਸੀਆਂ ਹੋਈਆਂ। ਇਸ ਤੋਂ ਇਲਾਵਾ ਪ੍ਰਿਥਵੀ ਤੇ ਆਕਾਸ਼ ਨਾਲ ਸੰਬੰਧਿਤ ਵੀ ਉਹਨਾਂ ਦੇ ਕੋਲੇ ਕੁਝ ਵਿਸ਼ਵਾਸ ਹੈ। ਕਈ ਵਾਰੀ ਆਕਾਸ਼ ਦੇ ਵਿੱਚ ਬਹੁਤ ਜ਼ਿਆਦਾ ਲਾਲੀ ਦਿਸ ਰਹੀ ਹੁੰਦੀ ਹੈ। ਕੁਝ ਸ਼ਾਮਾਂ ਨੂੰ ਗਰਮੀਆਂ ਦੇ ਵਿੱਚ ਅਕਸਰ ਅਜਿਹਾ ਹੁੰਦਾ, ਤਾਂ ਉਦੋਂ ਪਿੰਡਾਂ ਦੀਆਂ ਬੁੜੀਆਂ ਇਹ ਮੰਨਦੀਆਂ ਹੁੰਦੀਆਂ ਕਿ ਇਸ ਵਕਤ ਕਿਸੇ ਜਵਾਨ ਦੀ ਸ਼ਾਇਦ ਮੌਤ ਹੋ ਗਈ ਹੋਊਗੀ, ਇਸ ਕਰਕੇ ਸਾਰੇ ਆਕਾਸ਼ 'ਤੇ ਲਾਲੀ ਛਾਈ ਹੋਈ ਹੈ। ਹਾਲਾਂਕਿ ਅਜਿਹਾ ਹੋਣਾ ਜ਼ਰੂਰੀ ਨਹੀਂ ਹੁੰਦਾ। ਇਸ ਤੋਂ ਇਲਾਵਾ ਕਈ ਵਾਰੀ ਰਾਤ ਨੂੰ ਕੁੱਤੇ ਰੋਂਦੇ ਆ, ਤਾਂ ਲੋਕਾਂ ਦਾ ਉਹਨਾਂ ਦੇ ਵਿੱਚ ਵੀ ਵਿਸ਼ਵਾਸ ਹੈ, ਵਹਿਮ ਹੈ ਜੁੜਿਆ ਹੋਇਆ ਵੀ ਜੇ ਕੁੱਤੇ ਰੋ ਰਹੇ ਆ ਤਾਂ ਇਹਦਾ ਮਤਲਬ ਕਿ ਸਾਡੇ ਆਸ-ਪਾਸ ਕੋਈ ਨੁਕਸਾਨ ਹੋਣ ਵਾਲਾ ਹੈ ਜਾਂ ਹੋ ਗਿਆ ਹੈ। ਇਸ ਤੋਂ ਇਲਾਵਾ ਜਨਮ ਨਾਲ ਸੰਬੰਧਿਤ ਵੀ ਵਹਿਮ ਵਿਸ਼ਵਾਸ ਲੋਕਾਂ ਦੇ ਵਿੱਚ ਚੱਲਦੇ ਆ। ਜਿਵੇਂ ਕਈਆਂ ਨੂੰ ਲੱਗਦਾ ਕਿ ਵੀਰਵਾਰ ਮੁੰਡਾ ਹੋਣਾ ਮਾੜਾ ਹੈ, ਮੰਗਲਵਾਰ ਕੁੜੀ ਹੋਣੀ ਮਾੜੀ ਹੈ। ਇਸ ਤਰ੍ਹਾਂ ਦੇ ਜਨਮ ਨਾਲ ਸੰਬੰਧਿਤ ਹੈ। ਜਾਂ ਜਦੋਂ ਕੋਈ ਔਰਤ ਗਰਭਵਤੀ ਹੁੰਦੀ ਹੈ ਤਾਂ ਉਦੋਂ ਚੰਨ ਗ੍ਰਹਿਣ ਸੂਰਜ ਗ੍ਰਹਿਣ ਤੋਂ ਉਹਨੂੰ ਬਚਾਇਆ ਜਾਂਦਾ। ਇਹ ਜਨਮ ਨਾਲ ਸੰਬੰਧਿਤ ਵਿਸ਼ਵਾਸ ਆ ਜਾਂਦੇ ਆ। ਵਿਆਹ ਨਾਲ ਸੰਬੰਧਿਤ ਤਾਂ ਬਹੁਤ ਹੀ ਵਿਸ਼ਵਾਸ ਵਹਿਮ ਭਰਮ ਜਿਹੜੇ ਸਾਡੇ ਜੁੜੇ ਹੋਏ ਆ ਕਿ ਵਿਆਹ ਤੋਂ 7-8 ਦਿਨ ਪਹਿਲਾਂ ਜਿਹੜਾ ਵਿਆਹੰਦੜ ਮੁੰਡਾ ਜਾਂ ਕੁੜੀ ਹੁੰਦੀ ਹੈ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾਂਦਾ, ਉਹਨਾਂ ਨੂੰ ਪ੍ਰੋਟੈਕਸ਼ਨ ਦੇ ਵਿੱਚ ਰੱਖਿਆ ਜਾਂਦਾ ਹੈ ਵੀ ਤਾਂ ਕਿ ਕੋਈ ਬਾਹਰਲੀ ਬਲਾ ਉਹਨਾਂ ਨੂੰ ਨਾ ਚੁੰਬੜ ਜੇ। ਇਸ ਤਰ੍ਹਾਂ ਦੇ ਲੋਕਾਂ ਦੇ ਮਨ ਦੇ ਵਿੱਚ ਗੱਲ ਬੈਠੀ ਹੁੰਦੀ ਹੈ। ਖੇਤੀ ਨਾਲ ਸੰਬੰਧਿਤ ਕਿ ਲੋਕ ਕੁਝ ਕੁ ਦਾਣੇ ਜਿਹੜੇ ਆ ਉਹ ਮੁੱਠੀ ਭਰ ਕੇ ਬਾਹਰ ਕੱਢਦੇ ਆ ਵੀ ਇਹ ਜਨੌਰਾਂ ਦੇ ਨਾਮ ਅਸੀਂ ਕੱਢ ਰਹੇ ਹਾਂ। ਜਾਂ ਨਜ਼ਰ ਤੋਂ ਬਚਾਉਣ ਲਈ ਵੀ ਕਾਰੋਬਾਰ 'ਤੇ ਵੀ ਅਸੀਂ ਵੇਖਿਆ ਅਕਸਰ ਹੀ ਲੋਕਾਂ ਦੀਆਂ ਦੁਕਾਨਾਂ 'ਤੇ ਮਿਰਚਾਂ ਤੇ ਨਿੰਬੂ ਟੰਗੇ ਹੁੰਦੇ ਆ, ਜਾਂ ਫਿਰ ਕੋਈ ਪੁਰਾਣਾ ਛਿੱਤਰ ਟੰਗਿਆ ਹੁੰਦਾ। ਜਦੋਂ ਅਸੀਂ ਜਾਂ ਘਰ ਪਾ ਰਹੇ ਹੁੰਦੇ ਆ ਤਾਂ ਉਦੋਂ ਕੁੱਜੇ 'ਤੇ ਕਾਲਾ ਰੰਗ ਕਰਕੇ ਉਸ ਨੂੰ ਮੁੱਦਾ ਮਾਰਿਆ ਹੁੰਦਾ ਤਾਂ ਕਿ ਜਿਹੜਾ ਸਾਡਾ ਇਮਾਰਤ ਸਾਜੀ ਦਾ ਕੰਮ ਚੱਲ ਰਿਹਾ ਹੈ ਵਧੀਆ ਨੇਪਰੇ ਚੜ੍ਹ ਜੇ, ਕਿਸੇ ਦੀ ਬੁਰੀ ਨਜ਼ਰ ਨਾ ਲੱਗੇ। ਇਸ ਤਰ੍ਹਾਂ ਦੇ ਵਿਸ਼ਵਾਸ ਹੁੰਦੇ ਆ। ਕੰਮ ਧੰਦਿਆਂ ਨਾਲ ਸੰਬੰਧਿਤ ਬਹੁਤ ਸਾਰੇ ਵਹਿਮ ਭਰਮ ਕੀਤੇ ਜਾਂਦੇ ਆ। ਜਿਵੇਂ ਕਿ ਸੰਦਾਂ ਨੂੰ ਧੋਇਆ ਜਾਂਦਾ। ਵਿਸ਼ਕਰਮਾ ਦਿਵਸ ਜਦੋਂ ਆਉਂਦਾ ਤਾਂ ਉਹਦੇ 'ਤੇ ਜਿਹੜੇ ਮਿਸਤਰੀਆਂ ਦੇ ਘਰਾਂ ਦੇ ਵਿੱਚ ਕੀ ਕੀਤਾ ਜਾਂਦਾ ਕਿ ਸੰਦਾਂ ਦੀ ਪੂਜਾ ਕੀਤੀ ਜਾਂਦੀ, ਉਹਨਾਂ ਨੂੰ ਕੱਚੀ ਲੱਸੀ ਦੇ ਨਾਲ ਧੋਇਆ ਜਾਂਦਾ। ਉਹਨਾਂ ਦਾ ਵਿਸ਼ਵਾਸ ਹੈ ਕਿ ਇੱਕ ਦਿਨ ਇਹਨਾਂ ਨੂੰ ਆਰਾਮ ਦਿਵਾਇਆ ਜਾਵੇ, ਇੱਕ ਦਿਨ ਇਹਨਾਂ ਨੂੰ ਸਾਫ਼ ਕੀਤਾ ਜਾਵੇ। ਤਾਂ ਇਹ ਸਾਰਾ ਕੁਝ ਉਹਨਾਂ ਦੇ ਵਿਸ਼ਵਾਸਾਂ ਦੇ ਵਿੱਚ ਸ਼ਾਮਲ ਹੈ। ਉਹਨਾਂ ਦੇ ਮਨਾਂ ਦੇ ਵਿੱਚ ਇਹ ਗੱਲ ਬੈਠੀ ਹੋਈ ਹੈ ਕਿ ਜੇਕਰ ਅਸੀਂ ਇਸ ਤਰ੍ਹਾਂ ਕਰਾਂਗੇ ਤਾਂ ਸਾਡਾ ਕੰਮ ਸਹੀ ਤਰ੍ਹਾਂ ਨੇਪਰੇ ਚੜ੍ਹ ਜੂਗਾ, ਜੇ ਇਸ ਤਰ੍ਹਾਂ ਨਾ ਕਰਾਂਗੇ ਤਾਂ ਨੁਕਸਾਨ ਹੋਣ ਦੀ ਸੰਭਾਵਨਾ ਹੈ। ਤਾਂ ਇਹ ਸਾਰਾ ਕੁਝ ਲੋਕ ਵਿਸ਼ਵਾਸਾਂ 'ਚ ਆਉਂਦਾ ਹੈ। ਲੋਕਧਾਰਾ ਦੀ ਅਧਿਐਨ ਸਮੱਗਰੀ ਦੇ ਵਿੱਚ ਸਾਨੂੰ ਜਿਹੜਾ 5ਵਾਂ ਪੁਆਇੰਟ ਕਰਨੈਲ ਸਿੰਘ ਥਿੰਦ ਦੱਸਦੇ ਆ ਉਹ ਹੈਗਾ ਲੋਕ ਸ਼ਬਦ ਨਿਰਮਾਣ ਤੇ ਲੋਕ ਬੋਲੀ। ਇਹਦੇ ਵਿੱਚ ਕੀ ਸ਼ਾਮਲ ਹੈ ਕਿ ਜਿਹੜੇ ਲੋਕ ਹੈ ਕਿਸੇ ਸਮਾਜ ਦੇ, ਉਹ ਆਪਦੀ ਜਿਹੜੀ ਬੋਲੀ ਹੈ ਉਹਨੂੰ ਡੈਕੋਰੇਟਿਵ ਬਣਾਉਂਦੇ ਰਹਿੰਦੇ ਆ। ਕਹਿਣ ਦਾ ਭਾਵ ਕਿ ਉਹ ਜਦੋਂ ਇੱਕ ਦੂਜੇ ਨਾਲ ਗੱਲਾਂ ਵੀ ਕਰਦੇ ਆ, ਕੋਈ ਕਿੱਤਾ ਵੀ ਕਰਦੇ ਆ, ਜਾਂ ਕੋਈ ਉਹ ਕਿਤੇ ਰਸਮ ਰਿਵਾਜ 'ਤੇ ਵੀ ਹੈ, ਤਾਂ ਉਹਨਾਂ ਦੀ ਬੋਲੀ ਤੋਂ ਪਛਾਣ ਆ ਜਾਂਦੀ ਵੀ ਵਾਕਈ ਇਹ ਲੋਕਾਂ ਦੀ ਬੋਲੀ ਹੈ। ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਇਹ ਤਾਂ ਬੜੇ ਪਿੰਡਾਂ ਵਾਲੇ ਲੋਕਾਂ 'ਚ ਅਕਸਰ ਹੀ ਇਹ ਸੁਭਾਅ ਹੁੰਦਾ ਵੀ ਇਹ ਤਾਂ ਬੜੀ ਸ਼ਹਿਰੀਆਂ ਦੀ ਬੋਲੀ ਬੋਲਣ ਲੱਗ ਗਿਆ, ਜਾਂ ਇਹ ਤਾਂ ਪੜ੍ਹੇ ਲਿਖਿਆਂ ਵਾਲੀ ਬੋਲੀ ਬੋਲਣ ਲੱਗ ਗਿਆ, ਤਾਂ ਉਹਨਾਂ ਦਾ ਕਹਿਣ ਦਾ ਭਾਵ ਇਹੀ ਹੁੰਦਾ ਕਿ ਇਹਨੇ ਆਪਦਾ ਠੇਠ ਲਹਿਜਾ ਠੇਠ ਜਿਹੜੀ ਪੇਂਡੂ ਬੋਲੀ ਹੈ ਉਹ ਛੱਡਤੀ ਹੈ। ਇਹਦੇ ਵਿੱਚ ਕੀ ਕੁਝ ਸ਼ਾਮਲ ਹੈ? ਇਹਦੇ ਵਿੱਚ ਲੋਕ ਕਥਨ ਸ਼ਾਮਲ ਹੈ। ਲੋਕ ਕਥਨ ਜਿਵੇਂ ਅਸੀਂ ਕਹਿੰਦੇ ਹਾਂ ਕਿ ਸਦਾ ਸੱਚ ਬੋਲਣਾ ਚਾਹੀਦਾ, ਇਹ ਇੱਕ ਲੋਕ ਕਥਨ ਹੈ। ਜਾਂ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਸਾਡੇ ਇੱਕ ਕਥਨ ਮਸ਼ਹੂਰ ਹੈ ਕਿ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਠੀਕ ਹੈ। ਇਸ ਤੋਂ ਇਲਾਵਾ ਸਿਆਣੇ ਜਿਵੇਂ ਜਿਹੜੀ ਗੱਲ ਅਸੀਂ ਇਹ ਗੱਲ ਕਰਕੇ ਕਹਿੰਦੇ ਹਾਂ ਕਿ ਸਿਆਣੇ ਇਸ ਤਰ੍ਹਾਂ ਕਹਿੰਦੇ ਆ ਕਿ ਸਾਨੂੰ ਆਹ ਕਰਨਾ ਚਾਹੀਦਾ, ਸਿਆਣੇ ਕਹਿੰਦੇ ਆ ਕਿ ਘਰੇ ਆਏ ਦੀ ਇੱਜ਼ਤ ਕਰਨੀ ਚਾਹੀਦੀ ਹੈ। ਜਾਂ ਕਹਿੰਦੇ ਆ ਇੱਕ ਕਥਨ ਮਸ਼ਹੂਰ ਆ ਕਿ ਸ਼ਰੀਕ ਆਵੇ ਚੱਲ ਕੇ ਤੇ ਮੂੜਾ ਦਈਏ ਡਾਹ, ਮੁੱਖੋਂ ਕੁਝ ਨਾ ਬੋਲੀਏ ਤੇ ਨਾ ਹੀ ਕਹੀਏ ਜਾ। ਇਸ ਤਰ੍ਹਾਂ ਦੇ ਕਥਨ ਜਿਹੜੇ ਆ ਉਹ ਲੋਕਾਂ ਦੇ ਵਿੱਚ ਮਸ਼ਹੂਰ ਆ। ਲੋਕ ਅਕਸਰ ਗੱਲਬਾਤ ਕਰਦੇ ਵਕਤ ਇਹਨਾਂ ਗੱਲਾਂ ਨੂੰ ਵਰਤਦੇ ਆ। ਇਸ ਤੋਂ ਇਲਾਵਾ ਕੀ ਹੈ ਵੀ ਕਿੱਤੇ ਦੀ ਬੋਲੀ ਹੁੰਦੀ ਆ ਕਿ ਜਿਹੜਾ ਵੀ ਕਿੱਤਾ ਕੋਈ ਬੰਦਾ ਕਰ ਰਿਹਾ ਹੈ, ਚਾਹੇ ਉਹ ਰਾਜ ਮਿਸਤਰੀ ਦਾ ਕਿੱਤਾ ਹੈ, ਚਾਹੇ ਹਲਵਾਈ ਦਾ ਕਿੱਤਾ, ਚਾਹੇ ਦਰਜੀ ਦਾ ਕਿੱਤਾ, ਉਹਨਾਂ ਨਾਲ ਸੰਬੰਧਿਤ ਉਹਨਾਂ ਦੀ ਕੁਝ ਵੱਖਰੀ ਬੋਲੀ ਬਣ ਜਾਂਦੀ ਆ। ਜਿਵੇਂ ਤੁਸੀਂ ਤਰਖਾਣੇ ਕੰਮ ਦੀ ਗੱਲ ਉਦਾਹਰਨ ਲਓਗੇ ਤਾਂ ਉਹਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਸੰਦ ਹੁੰਦੇ ਆ ਜਿਹੜੇ ਬਾਕੀ ਲੋਕਾਂ ਨੂੰ ਉਹਦੇ ਬਾਰੇ ਨਹੀਂ ਪਤਾ ਹੁੰਦਾ। ਜਿਵੇਂ ਉਹਦੇ ਵਿੱਚ ਤੋਤਾ ਰਿੰਚ ਆ ਜਾਂਦਾ ਹੈ, ਉਹਦੇ ਵਿੱਚ ਰੇਤੀ ਆ ਜਾਂਦੀ ਹੈ, ਤਾਂ ਸਾਲ ਆ ਜਾਂਦੀ ਹੈ ਰਾਜ ਮਿਸਤਰੀ ਵਾਲੇ ਕੰਮਾਂ ਦੇ ਵਿੱਚ। ਤਾਂ ਸਾਨੂੰ ਜਿਹੜੇ ਆਮ ਲੋਕ ਹੋਰ ਹੁੰਦੇ ਆ ਉਹਨਾਂ ਨੂੰ ਉਹਨਾਂ ਦੇ ਸੰਦਾਂ ਬਾਰੇ ਨਹੀਂ ਪਤਾ ਹੁੰਦਾ, ਉਹਨਾਂ ਦੀ ਬੋਲੀ ਬਾਰੇ ਨਹੀਂ ਪਤਾ ਹੁੰਦਾ।
ਹਲਵਾਈਆਂ ਦਾ ਜਿਹੜੀ ਬੋਲੀ ਹੈ ਉਹਨਾਂ ਦੀ ਬੋਲੀ ਦੇ ਵਿੱਚ ਉਹ ਜਿਹੇ ਸ਼ਬਦ ਸ਼ਾਮਲ ਹੋਣਗੇ। ਜਿਵੇਂ ਅਸੀਂ ਉਦਾਹਰਨ ਲਈਏ ਕਿ ਜਿਹੜਾ ਜੱਟ ਪਰਿਵਾਰ ਹੈ, ਕਿਸਾਨ ਪਰਿਵਾਰ ਹੈ, ਜੇ ਉਹਨਾਂ ਦੇ ਵਿੱਚ ਲੜਾਈਆਂ ਹੋਣਗੀਆਂ ਤਾਂ ਉਹ ਇੱਕ ਦੂਜੇ ਨੂੰ ਇਹੀ ਕਹਿਣਗੇ ਵੀ ਤੇਰੇ ਕਹੀ ਮਾਰੂੰਗਾ, ਵੀ ਮੈਂ ਤੈਨੂੰ ਪਰਾਂ ਸਿੱਟ ਦੂੰ, ਮੈਂ ਵਾਹਨ 'ਚ ਚਲਾ ਕੇ ਮਾरूं। ਤੇ ਇਸ ਤੋਂ ਇਲਾਵਾ ਜੇਕਰ ਹਲਵਾਈ ਕੋਈ ਪਰਿਵਾਰ ਹੈ ਤਾਂ ਉਹ ਇੱਕ ਦੂਜੇ ਨਾਲ ਜੇ ਲੜਨਗੇ ਤਾਂ ਉਹਨਾਂ ਦੀ ਬੋਲੀ ਕਿਹੋ ਜਿਹੀ ਹੋਊਗੀ ਕਿ ਤੇਰੇ ਮੈਂ ਖੁਰਚਣਾ ਮਾਰਨਾ, ਇਸ ਤਰ੍ਹਾਂ ਦੀ ਬੋਲੀ ਹੋਊਗੀ। ਤਾਂ ਇਹਦਾ ਮਤਲਬ ਇਹ ਕਿ ਜਿਹੋ ਜਿਹਾ ਵੀ ਕੋਈ ਬੰਦਾ ਕਿੱਤਾ ਕਰਦਾ ਉਹ ਜੀ ਬੋਲੀ ਉਹਦੀ ਸ਼ਾਮਲ ਹੋ ਜਾਂਦੀ ਹੈ। ਜੇ ਕੋਈ ਅਧਿਆਪਕ ਆ ਤਾਂ ਅਸੀਂ ਉਸਨੂੰ ਉਹਦੇ ਕਿੱਤੇ ਤੋਂ ਪਛਾਣ ਲੈਂਦੇ ਹਾਂ, ਵੀ ਇਹ ਉਹਦੀ ਬੋਲੀ ਤੋਂ ਪਛਾਣ ਲੈਂਦੇ ਹਾਂ ਕਿ ਵੀ ਇਹ ਅਧਿਆਪਕ ਹੋਊਗਾ, ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ। ਸੋ ਕਹਿਣ ਦਾ ਭਾਵ ਵੀ ਕਿੱਤੇ ਵੀ ਬੋਲੀ ਤੇ ਪ੍ਰਭਾਵ ਪਾਉਂਦੇ ਆ। ਇਸ ਤੋਂ ਬਾਅਦ ਇਲਾਵਾ ਬਾਜ਼ਾਰੀ ਬੋਲੀ ਵੀ ਹੁੰਦੀ ਆ ਕਿ ਬਾਜ਼ਾਰਾਂ ਦੇ ਵਿੱਚ ਜਿਹੜੇ ਦੁਕਾਨਦਾਰ ਹੁੰਦੇ ਆ ਉਹ ਗੱਲ ਕਰਦੇ ਇੱਕ ਦੂਜੇ ਦੇ ਨਾਲ ਵੀ ਮੰਦਾ ਚੱਲ ਰਿਹਾ ਜਾਂ ਚੰਗਾ ਚੱਲ ਰਿਹਾ ਜਾਂ ਠੰਡਾ ਚੱਲ ਰਿਹਾ। ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਬਾਜ਼ਾਰਾਂ ਦੇ ਵਿੱਚ ਦੁਕਾਨਦਾਰ ਆਪਸ ਦੇ ਵਿੱਚ ਕਰਦੇ ਆ, ਜਾਂ ਉਹਨਾਂ ਦੇ ਕੁਝ ਕੋਡ ਵਰਡ ਵੀ ਹੁੰਦੇ ਆ ਜਿਹੜੇ ਸਾਨੂੰ ਨਹੀਂ ਸਮਝ ਲੱਗਦੇ, ਵੀ ਉਹਨਾਂ ਨੇ ਰੇਟ ਲਾਏ ਹੁੰਦੇ ਆ, ਉਹ ਵੱਖ-ਵੱਖ ਤਰੀਕੇ ਦੇ ਨਾਲ ਲਾਏ ਹੁੰਦੇ ਆ, ਤਾਂ ਸਾਨੂੰ ਉਹਨਾਂ ਦਾ ਪਤਾ ਨਹੀਂ ਹੁੰਦਾ। ਅਸੀਂ ਜਿਹੜੇ ਆਮ ਲੋਕ ਆ ਉਹ ਸਾਨੂੰ ਦੂਜਾ ਰੇਟ ਦੱਸਦੇ ਆ ਜੋ ਜਿਸ ਰੇਟ ਦੇ ਵਿੱਚ ਉਹਨਾਂ ਨੇ ਵੇਚਣਾ ਹੁੰਦਾ। ਇਸ ਤੋਂ ਇਲਾਵਾ ਸਾਡੇ ਕੋਲੇ ਬਹੁਤ ਵਧੀਆ ਉਦਾਹਰਣ ਹੈ ਸਾਡੇ ਪੰਜਾਬੀ ਸਮਾਜ, ਸਿੱਖ ਸਮਾਜ ਦੇ ਵਿੱਚ ਨਿਹੰਗ ਸਿੰਘਾਂ ਦੇ ਬੋਲੇ। ਪਹਿਲੀ ਗੱਲ ਤਾਂ ਇੱਥੋਂ ਹੀ ਸਾਨੂੰ ਪਛਾਣ ਆ ਰਹੀ ਹੈ ਕਿ ਬੋਲੀ ਨੂੰ ਬੋਲਾ ਕਹਿੰਦੇ ਸੀਗੇ। ਤਾਂ ਉਹਨਾਂ ਨੇ ਕੁਝ ਕੋਡ ਵਰਡ ਰੱਖੇ ਹੋਏ ਸੀ ਤਾਂ ਕਿ ਦੁਸ਼ਮਣ ਜਿਹੜਾ ਏ ਉਹਨਾਂ ਦੀ ਗੱਲ ਨੂੰ ਸਮਝ ਨਾ ਸਕੇ। ਇਸ ਤੋਂ ਇਲਾਵਾ ਉਹ ਆਪ ਵੀ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਰਹਿਣ, ਜਿਵੇਂ ਕਿ ਉਹ ਮਿਰਚ ਨੂੰ ਲੜਾਕੀ ਕਹਿੰਦੇ ਸੀ, ਦੁੱਧ ਨੂੰ ਸਮੁੰਦਰ ਕਹਿੰਦੇ ਸੀ, ਛੋਲਿਆਂ ਨੂੰ ਬਦਾਮ ਕਹਿੰਦੇ ਸੀ। ਇਸ ਤਰ੍ਹਾਂ ਬਹੁਤ ਵੱਡੀ ਲਿਸਟ ਹੈ ਇਹਨਾਂ ਦੀ ਬੋਲੀ ਦੀ, ਜਿਹੜੀ ਕਿ ਬਹੁਤ ਚੜ੍ਹਦੀ ਕਲਾ ਵਾਲੀ ਸੀਗੀ ਤੇ ਜਿਹੜੀ ਹਜੇ ਤੱਕ ਚੱਲ ਰਹੀ ਹੈ। ਜਿਵੇਂ ਪੁੱਤਰ ਨੂੰ ਇਹ ਭੁਚੰਗੀ ਕਹਿੰਦੇ ਆ, ਠੀਕ ਹੈ। ਇਸ ਤਰ੍ਹਾਂ ਦੇ ਤੁਸੀਂ ਇਹ ਜਿਹੜੀ ਨਿਹੰਗ ਸਿੰਘਾਂ ਦੇ ਬੋਲੇ ਆ ਇਹਨਾਂ ਨੂੰ ਵੀ ਯਾਦ ਕਰ ਲੈਣਾ, ਕਿਉਂਕਿ ਇਹਨਾਂ ਦੇ ਵਿੱਚੋਂ ਵੀ ਪ੍ਰਸ਼ਨ ਨੈੱਟ ਦੇ ਵਿੱਚ ਬਣ ਜਾਂਦਾ ਹੁੰਦਾ। ਇਸ ਤੋਂ ਇਲਾਵਾ ਮਸ਼ਕਰੀ ਕਰਨ ਦੇ ਢੰਗ ਪੰਜਾਬੀ ਸਮਾਜ ਦੇ ਆਪਦੇ ਢੰਗ ਹੈ, ਠੀਕ ਹੈ। ਸਾਡੇ ਪੰਜਾਬੀ ਸਮਾਜ ਦੇ ਵਿੱਚ ਕੌਣ ਕਿਹਨੂੰ ਮਸ਼ਕਰੀ ਕਰ ਸਕਦਾ? ਸਾਲੀਆਂ ਜੀਜੇ ਨਾਲ ਮਸ਼ਕਰੀ ਕਰ ਸਕਦੀਆਂ, ਦਿਓਰ ਭਰਜਾਈ ਦੇ ਨਾਲ ਕਰ ਸਕਦਾ। ਇਹ ਸਾਰੇ ਜਿਹੜੇ ਆ ਇਹ ਲੋਕਾਂ ਦੀ ਬੋਲੀ ਤੇ ਲੋਕਾਂ ਦੇ ਆਪਦੇ ਢੰਗ ਹੁੰਦੇ ਆ। ਕਿਸੇ ਸਮਾਜ ਦੇ ਵਿੱਚ ਹੋ ਸਕਦਾ ਕਿ ਇਹ ਰਿਸ਼ਤੇ ਆਪਸ 'ਚ ਮਸ਼ਕਰੀ ਨਾ ਕਰ ਸਕਦੇ ਹੋਣ। ਇਸ ਤੋਂ ਇਲਾਵਾ ਪਸ਼ੂ ਪੰਛੀਆਂ ਤੇ ਜਾਨਵਰਾਂ ਨੂੰ ਬੁਲਾਉਣ ਲਈ ਵੀ ਸਾਡੇ ਅਲੱਗ ਤਰ੍ਹਾਂ ਦੀ ਬੋਲੀ ਜਿਹੜੀ ਪ੍ਰਚਲਿਤ ਹੈ। ਜਿਵੇਂ ਖੇਤਾਂ ਦੇ ਵਿੱਚ ਕੰਮ ਕਰਦੇ ਵਕਤ ਬਲਦਾਂ ਨੂੰ ਹੱਕਣ ਦੇ ਲਈ ਜਿਹੜਾ ਤੱਤਾ ਤੱਤਾ ਸ਼ਬਦ ਬੋਲਿਆ ਜਾਂਦਾ, ਜਾਂ ਇਸ ਤੋਂ ਇਲਾਵਾ ਕਬੂਤਰਾਂ ਨੂੰ, ਤੋਤਿਆਂ ਨੂੰ ਬੁਲਾਉਣ ਦੇ ਲਈ ਆ ਕਰਕੇ ਸ਼ਬਦ ਅਸੀਂ ਵਰਤਦੇ ਹਾਂ। ਤਾਂ ਜਾਂ ਕੁੱਤੇ ਨੂੰ ਦਵਲਣ ਦੇ ਲਈ, ਜਾਂ ਕੁੱਤੇ ਨੂੰ ਆਪਦੇ ਵੱਲ ਬੁਲਾਉਣ ਦੇ ਲਈ, ਜਾਂ ਬਿੱਲੀਆਂ ਨੂੰ ਦਵਲਣ ਦੇ ਲਈ, ਜਾਂ ਪਸ਼ੂਆਂ ਨੂੰ ਪਾਣੀ ਪਿਆਉਣ ਦੇ ਲਈ ਸ਼ੀਸ਼ੀ ਦੀਆਂ ਆਵਾਜ਼ਾਂ ਜਿਹੜੀਆਂ ਕੱਢੀਆਂ ਜਾਂਦੀਆਂ, ਇਹ ਸਾਰਾ ਕੁਝ ਇਸ ਵਾਲੇ ਖੇਤਰ ਦੇ ਵਿੱਚ ਸ਼ਾਮਲ ਹੈ। ਇਸ ਤੋਂ ਇਲਾਵਾ ਵਿਅਕਤੀਆਂ ਤੇ ਥਾਵਾਂ ਦੇ ਨਾਮ ਤੇ ਅੱਲ ਵੀ ਪੈ ਜਾਂਦੀ ਆ। ਪਿੰਡਾਂ ਦੇ ਵਿੱਚ ਇਹ ਆਮ ਹੀ ਰਿਵਾਜ ਹੈ ਕਿ ਕਿਸੇ ਪਰਿਵਾਰ ਦੇ ਨਾਲ ਕੋਈ ਮਖੌਲ ਜੁੜ ਜਾਂਦਾ, ਜਾਂ ਕਿਸੇ ਪਰਿਵਾਰ ਦੇ ਕੋਈ ਅਜਿਹੀ ਘਟਨਾ ਹੋ ਜਾਂਦੀ ਹੈ ਜਿਸ ਕਰਕੇ ਉਹਨਾਂ ਦੇ ਨਾਲ ਅਜਿਹੀ ਅੱਲ ਜੁੜ ਜਾਂਦੀ ਹੈ। ਜਿਵੇਂ ਕਈਆਂ ਪਿੰਡਾਂ ਦੇ ਵਿੱਚ ਕਿਸੇ ਪਰਿਵਾਰ ਨੂੰ ਕੜਾਹ ਖਾਣਿਆਂ ਦੇ ਕਿਹਾ ਜਾਂਦਾ, ਕਿਸੇ ਪਰਿਵਾਰ ਨੂੰ ਚਿੱਬੜ ਖਾਣਿਆਂ ਦੇ ਕਿਹਾ ਜਾਂਦਾ, ਕਿਸੇ ਪਰਿਵਾਰ ਨੂੰ ਕੁਛ ਨਾਮ ਲੈ ਕੇ ਬੁਲਾਇਆ ਜਾਂਦਾ, ਕਿਸੇ ਪਰਿਵਾਰ ਨੂੰ ਕੁਛ ਨਾਮ ਲੈ ਕੇ ਬੁਲਾਇਆ ਜਾਂਦਾ। ਤਾਂ ਅਸੀਂ ਉਹਨਾਂ ਨੂੰ ਸਦੀਆਂ ਤੋਂ, ਜਦੋਂ ਤੋਂ ਪਿੰਡ ਵੱਜਦਾ, ਲੋਕ ਉਹਨਾਂ ਦੇ ਪਰਿਵਾਰ ਨੂੰ ਉਸੇ ਨਾਮ ਦੇ ਨਾਲ ਹੀ ਜਾਣਦੇ ਹੁੰਦੇ ਆ। ਤਾਂ ਇਹ ਕਈ ਵਾਰ ਇਹ ਅੱਲ ਜਿਹੜੀ ਉਹ ਮਖੌਲ ਕਰਕੇ ਪੈਂਦੀ ਹੈ, ਕਈ ਵਾਰੀ ਕੋਈ ਵੱਡੀ ਘਟਨਾ ਹੋ ਜਾਂਦੀ ਉਹਦੇ ਕਰਕੇ ਪੈਂਦੀ ਹੈ। ਕਈ ਵਾਰ ਜਿਵੇਂ ਕਿਸੇ ਦੇ ਘਰੋਂ ਕੋਈ ਫੌਜੀ ਭਰਤੀ ਹੋਇਆ ਹੁੰਦਾ ਪੁਰਾਣੇ ਸਮੇਂ ਦੇ ਵਿੱਚ, ਅੱਜ ਤੋਂ 100 ਸਾਲ ਪਹਿਲਾਂ ਹੀ, ਤਾਂ ਉਹਨਾਂ ਦਾ ਪਰਿਵਾਰ ਸਦੀਆਂ ਤੱਕ ਜਿਹੜਾ ਹੈ ਫੌਜੀ ਕਾ ਲਾਣਾ ਹੀ ਵੱਜਦਾ ਰਹਿੰਦਾ ਹੈ। ਇਸ ਤੋਂ ਇਲਾਵਾ ਕਈਆਂ ਦੇ ਘਰਾਂ ਦੇ ਵਿੱਚ ਇਹ ਹੁੰਦਾ ਪਿੰਡਾਂ 'ਚ ਕਿ ਕੋਈ ਇੱਕ ਜਣਾ ਮਾਸਟਰ ਲੱਗ ਗਿਆ, ਇਸ ਤੋਂ ਇਲਾਵਾ ਉਹਨਾਂ ਦੇ ਸਾਰੇ ਬੰਦੇ ਜਿਹੜੇ ਪੜ੍ਹ ਲਿਖ ਗਏ ਆ ਬਾਕੀ ਪਿੰਡ ਨਾਲੋਂ ਜ਼ਿਆਦਾ, ਤਾਂ ਉਹਨੂੰ ਪਾੜਿਆਂ ਦੇ ਵੱਜਣ ਲੱਗ ਜਾਂਦੇ ਆ, ਜਾਂ ਮਾਸਟਰਾਂ ਦੇ ਵੱਜਣ ਲੱਗ ਜਾਂਦੇ ਆ, ਜਾਂ ਬਾਹਰਲੇ ਘਰ ਵਾਲੇ ਵੱਜਣ ਲੱਗ ਜਾਂਦੇ ਆ। ਇਸ ਤਰ੍ਹਾਂ ਦੇ ਜਿਹੜੇ ਲੋਕ ਆ ਅੱਲ ਮਖੌਲ ਇਸ ਤਰ੍ਹਾਂ ਛੇੜ ਇੱਕ ਦੂਜੇ ਦੇ ਨਾਲ ਪਾ ਲੈਂਦੇ ਆ। ਇਸ ਤੋਂ ਇਲਾਵਾ ਜਿਵੇਂ ਕੋਈ ਪਸ਼ੂ ਹੁੰਦਾ, ਜਿਵੇਂ ਮੱਝ ਹੈ, ਉਹਦੇ ਜੇਕਰ ਮੱਥੇ 'ਤੇ ਵੀ ਚਿੱਟਾ ਨਿਸ਼ਾਨ ਹੈ ਤੇ ਚਾਰੇ ਖੁਰ ਵੀ ਉਹਦੇ ਚਿੱਟੇ ਚਿੱਟੇ ਰੰਗ ਦੇ ਆ, ਤਾਂ ਉਹਨੂੰ ਪੰਜ ਕਲਿਆਣੀ ਕਹਿ ਦਿੱਤਾ ਜਾਂਦਾ। ਜਿਹੜੀ ਮੱਝ ਦੇ ਸਿੰਗ ਥੱਲੇ ਨੂੰ ਨੀਵੇਂ ਹੋਣ ਤਾਂ ਉਹਨੂੰ ਮੀਣੀ ਮੱਝ ਕਹਿ ਦਿੱਤਾ ਜਾਂਦਾ। ਜਿਹੜੇ ਕੱਟੇ ਦੇ ਮੱਥੇ 'ਤੇ ਇੱਕ ਫੁੱਲ ਹੋਵੇ ਚਿੱਟੇ ਰੰਗ ਦਾ, ਮਤਲਬ ਨਿਸ਼ਾਨ ਹੋਵੇ, ਉਹਨੂੰ ਬੱਲਾ ਕੱਟਾ ਕਹਿ ਦਿੱਤਾ ਜਾਂਦਾ। ਇਸ ਤਰ੍ਹਾਂ ਦੀ ਜਿਹੜੀ ਬੋਲੀ ਹੈ ਉਹ ਲੋਕਾਂ ਨੇ ਆਪਦੇ ਕੋਲੋਂ ਘੜੀ ਹੁੰਦੀ, ਉਹਦੇ ਕੁਝ ਨਾ ਕੁਝ ਕਾਰਨ ਹੁੰਦੇ ਆ। ਉਹ ਕਾਰਨ ਚੰਗੇ ਵੀ ਹੋ ਸਕਦੇ ਆ, ਮਾੜੇ ਵੀ ਹੋ ਸਕਦੇ ਆ। ਤਾਂ ਲੋਕ ਜਿਹੜੇ ਆ ਉਹ ਆਪਦੀ ਬੋਲੀ ਦਾ ਨਿਰਮਾਣ ਆਪ ਕਰਦੇ ਰਹਿੰਦੇ ਆ ਜਿਵੇਂ ਜਿਵੇਂ ਉਹਨਾਂ ਨੂੰ ਲੋੜ ਪੈਂਦੀ ਹੈ, ਠੀਕ ਹੈ। ਅਗਲੀ ਕਿਸਮ ਸਾਡੇ ਕੋਲੇ ਲੋਕ ਧੰਦਿਆਂ ਦੀ ਹੈ ਜਾਂ ਲੋਕ ਕਿੱਤਿਆਂ ਦੀ ਹੈ। ਲੋਕ ਕਿੱਤੇ ਸ਼ਬਦ ਉਹਨਾਂ ਕਿੱਤਿਆਂ ਦੇ ਲਈ ਵਰਤਿਆ ਜਾਂਦਾ ਹੈ ਜਿਸ ਨੂੰ ਇਹਨਾਂ ਨੂੰ ਕਰਨ ਵਾਲੇ ਬੰਦੇ ਜਾਂ ਕਾਰੀਗਰ ਪੀੜ੍ਹੀ ਦਰ ਪੀੜ੍ਹੀ ਕਰਦੇ ਆ ਰਹੇ ਆ। ਕਹਿਣ ਦਾ ਭਾਵ ਕਿ ਉਹਨਾਂ ਦੇ ਵਡੇਰੇ ਵੀ ਇਹ ਕੰਮ ਕਰਦੇ ਸੀ, ਇਸ ਤੋਂ ਬਾਅਦ ਉਹਨਾਂ ਨੇ ਵੀ ਇਸੇ ਕੰਮ ਨੂੰ ਅਪਣਾ ਲਿਆ। ਤਾਂ ਉਹ ਕੰਮ ਕਰਨ ਦਾ ਜਿਹੜਾ ਹੁਨਰ ਹੈ ਉਹਨਾਂ ਦੇ ਵਿੱਚ ਪਿਤਾ ਪੁਰਖੀ ਉਹਨਾਂ ਨੂੰ ਮਿਲਿਆ ਹੋਇਆ ਹੈ। ਤਾਂ ਅੱਜ ਵੀ ਪਿੰਡਾਂ ਦੇ ਵਿੱਚ ਅਸੀਂ ਉਹ ਲੋਕ ਵੇਖ ਸਕਦੇ ਹਾਂ ਜਿਹੜੇ ਆਪਣੇ ਇਸ ਤਰ੍ਹਾਂ ਪਿਤਾ ਪੁਰਖੀ ਕੰਮ ਨੂੰ ਅਪਣਾ ਕੇ ਬੈਠੇ ਆ। ਤਾਂ ਇਹਦੇ ਵਿੱਚ ਕਿਹੜੇ ਸ਼ਾਮਲ ਹੈ ਕਿੱਤੇ? ਸਿਲਾਈ ਕਢਾਈ ਦਾ ਕਿੱਤਾ, ਜਿਹੜੇ ਕਿ ਦਰਜੀ ਪਰਿਵਾਰਾਂ ਦੇ, ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚ ਛਿੰਬਿਆਂ ਦੇ ਪਰਿਵਾਰ ਵੀ ਕਹਿ ਦਿੱਤਾ ਜਾਂਦਾ। ਤਾਂ ਬੁੰਨ ਦਾ ਕੰਮ, ਜਿਹਨੂੰ ਜੁਲਾਹਾ
जुलाहियां दे परिवार करते हैं। इस तो इलावा जुत्तियां बनाना मोचियां का काम है। ये हालांकि ਜਿਹੜੇ ਇਹ किते आ अजकल दूसरे लोग भी कर रहे हैं जिन्हों का पिता पुरखी ये काम नहीं सीगा, पर फिर भी ਜਿਹੜੇ है इन्हों ने अपने पिता पुरखी काम अपनाए हुए है। ਤਾਂ ਠਠਿਆਰ ਜਿਹੜੇ ਭਾਂਡੇ ਸਟੀਲ ਦੇ ਬਣਾਉਂਦੇ ਆ, ਤਾਂਬੇ ਦੇ ਬਣਾਉਂਦੇ ਆ, ਉਹ ਇਹਦੇ ਵਿੱਚ ਸ਼ਾਮਲ ਹੈ। ਲੋਹਾਰ ਜਿਹੜੇ ਕਿ ਲੋਹੇ ਨਾਲ ਸੰਬੰਧਿਤ ਕੰਮ ਕਰਦੇ ਆ, ਇਸ ਦੇ ਵਿੱਚ ਖੇਤੀਬਾੜੀ ਦੇ ਸੰਦ ਵੀ ਸ਼ਾਮਲ ਹੈ। ਤੇ ਇਸ ਤੋਂ ਇਲਾਵਾ ਤਰਖਾਣਾ ਕੰਮ ਆ ਜਿਹੜਾ ਲੱਕੜ ਦਾ ਕੰਮ ਕੀਤਾ ਜਾਂਦਾ ਹੈ ਪਿੰਡਾਂ ਦੇ ਵਿੱਚ, ਜਿਵੇਂ ਛੋਟੇ ਬੱਚਿਆਂ ਦੇ ਖਿਡੌਣੇ ਬਣਾਉਣੇ ਲੱਕੜ ਦੇ। ਇਸ ਤੋਂ ਇਲਾਵਾ ਗੇਟ ਬਣਾਉਣੇ, ਬਾਰ ਬਣਾਉਣੇ, ਦਰਵਾਜ਼ੇ ਵੱਡੇ ਬਣਾਏ ਹੁੰਦੇ ਸੀ ਜਿਨ੍ਹਾਂ ਤੇ ਬਹੁਤ ਸ਼ਿਲਪਕਾਰੀ ਕੀਤੀ ਹੁੰਦੀ ਸੀ। ਤਾਂ ਇਹ ਬਹੁਤ ਕਲਾ ਵਾਲਾ ਕੰਮ ਸੀ ਜਿਹੜਾ ਇਹਨਾਂ ਨੂੰ ਪੀੜ੍ਹੀ ਦਰ ਪੀੜ੍ਹੀ ਇਹਨਾਂ ਤੱਕ ਪਹੁੰਚਿਆ ਸੀ। ਭਲਾ ਕਿ ਅੱਜ ਕੱਲ੍ਹ ਲੋਕ ਦੂਸਰੇ ਪਰਿਵਾਰਾਂ ਦੇ ਲੋਕ ਵੀ ਇਹਨਾਂ ਨੂੰ ਧੰਦਿਆਂ ਨੂੰ ਅਪਣਾ ਰਹੇ ਆ, ਕਿਉਂਕਿ ਹੁਣ ਅਜਿਹੀ ਕੋਈ ਰੋਕ ਟੋਕ ਜਾਂ ਬੰਧਨ ਲੋਕਾਂ ਦੇ ਵਿੱਚ ਨਹੀਂ ਰਹੇ ਹੈ ਕਿ ਸਿਰਫ ਪਿਤਾ ਪੁਰਖੀ ਕੰਮ ਹੀ ਕਰਨਾ ਹੈ। ਪਰ ਫਿਰ ਵੀ ਪਿੰਡਾਂ ਦੇ ਵਿੱਚ ਇਹ ਗੱਲ ਹਜੇ ਵੀ ਪ੍ਰਚਲਿਤ ਹੈ ਕਿ ਲੋਕਾਂ ਨੇ ਆਪਣੇ ਰਵਾਇਤੀ ਕਿੱਤਿਆਂ ਨੂੰ ਸਾਂਭਿਆ ਹੋਇਆ। ਇਸ ਤੋਂ ਇਲਾਵਾ ਆਜੜੀ ਹੈ ਜਿਹੜੇ ਨੂੰ ਬੱਕਰੀਆਂ ਨੂੰ ਚਰਾਉਣ ਦਾ ਕੰਮ ਕਰਦੇ ਆ। ਫਿਰ ਟੱਪਰੀਵਾਸ ਆ ਜਾਂਦੇ ਆ ਜਿਹੜੇ ਕਿ ਜਿਨ੍ਹਾਂ ਨੂੰ ਅਸੀਂ ਖਾਨਾ ਬਦੋਸ਼ ਕਬੀਲੇ ਵੀ ਕਹਿੰਦੇ ਆ, ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੇ ਰਹਿੰਦੇ ਆ। ਇਹਨਾਂ ਦੀਆਂ ਔਰਤਾਂ ਖਾਸ ਕਰਕੇ ਇਹ ਕੰਮ ਕਰਦੀਆਂ ਜਿਵੇਂ ਬੱਠਲਾਂ ਨੂੰ ਥੱਲੇ ਲਵਾਉਣੇ, ਖੁਰਚਣੇ ਵਗੈਰਾ ਬਣਾਉਣੇ, ਚਮਟੇ ਵਗੈਰਾ ਫੂਕਣੀ, ਇਸ ਤਰ੍ਹਾਂ ਦੇ ਕੰਮ ਜਿਹੜੇ ਨਿੱਕੇ ਮੋਟੇ ਲੋਹੇ ਦਾ ਕੰਮ ਹੁੰਦਾ ਉਹ ਇਹ ਲੋਕ ਸਾਂਭਦੇ ਆ। ਤਾਂ ਲੋਕ ਕਿੱਤੇ ਜਿਹੜੇ ਆ ਉਹ ਇਸ ਕਰਕੇ ਦੂਜੇ ਕਿੱਤਿਆਂ ਨਾਲੋਂ ਵੱਖ ਹੋ ਜਾਂਦੇ ਆ ਕਿਉਂਕਿ ਪਿਤਾ ਪੁਰਖੀ ਅਪਣਾਏ ਜਾਂਦੇ ਆ। ਦੂਜਾ ਇਹਨਾਂ ਦੇ ਵਿੱਚ ਰਵਾਇਤੀ ਕਾਰਾਗਰੀ ਤੇ ਰਵਾਇਤੀ ਸ਼ਿਲਪਕਾਰੀ ਸ਼ਾਮਲ ਹੁੰਦੀ ਆ ਤੇ ਇਹ ਬਹੁਤ ਸੋਝ ਦਾ ਇੱਕ ਨਮੂਨਾ ਸਾਡੇ ਕੋਲੇ ਹੁੰਦੇ ਆ। ਤਾਂ ਇਹਨਾਂ ਨੂੰ ਵੇਖ ਕੇ ਸਾਨੂੰ ਆਪਣੀ ਜਿਹੜੀ ਆ ਪਰੰਪਰਾ ਯਾਦ ਆਉਂਦੀ ਆ। तो अखीर दे विच जो साडे कोले है उसनूं असीं फुटकल दे विच रख लैंदे आ क्योंकि ये सारे अलग अलग किस्मां ने, इनूं एक किस्म च नहीं बन्निया जा सकदा। तो कुछ बचे हुए पार्ट नूं असीं फुटकल च रखिया। ये च सब तो पहला हैगा ये लोक मनोरंजन जां खेडां कि लोक आपदा मनोरंजन किस तरीके दे नाल करदे आ। ये च खेडां आ जांदियां। खेडां दे विच की शामिल है? बचपन दीयां खेडां, जवानी वालीआं खेडां, बुढ़ापे वालीआं खेडां ਤੇ ਨਾਲ ਹੀ ਫਿਰ ਬਚਪਨ ਦੇ ਵਿੱਚ ਮੁੰਡਿਆਂ ਵਾਲੀਆਂ ਖੇਡਾਂ ਅੱਡ ਤੇ ਕੁੜੀਆਂ ਵਾਲੀਆਂ ਖੇਡਾਂ ਅੱਡ। ਕੁਝ ਖੇਡਾਂ ਜਿਹੜੀਆਂ ਮੁੰਡੇ ਤੇ ਕੁੜੀਆਂ ਦੋਨੇ ਰਲ ਕੇ ਖੇਡਦੇ ਆ, ਠੀਕ ਹੈ। ਤਾਂ ਇਹਦੇ ਵਿੱਚ ਕੁਝ ਖੇਡਾਂ ਦੇ ਮੈਂ ਨਾਮ ਲਿਖੇ ਆ, ਪਰ ਲੋਕ ਖੇਡਾਂ ਦਾ ਜਿਹੜਾ ਇਹ ਚੈਪਟਰ ਹੈ ਬਹੁਤ ਵਿਸ਼ਾਲ ਹੈ, ਤੁਸੀਂ ਇਸ ਦੇ ਵਿੱਚ ਬਹੁਤ ਕੁਝ ਸ਼ਾਮਿਲ ਕਰ ਸਕਦੇ ਹੋ। ਤਾਂ ਇੱਥੇ ਅਸੀਂ ਜਿਵੇਂ ਲੁਕਣ ਮਿੱਟੀ, ਕੋਟਲਾ ਛਪਾਕੀ ਹੈ, ਚੀਚੋ ਚੀਚ ਘਟੋਲੀਆਂ, 12 ਟਾਣੀ, ਘੋੜ ਦੌੜ, ਇਸ ਤੋਂ ਇਲਾਵਾ ਬਜ਼ੁਰਗ ਸਾਡੇ ਜਿਵੇਂ ਤਾਸ਼ ਖੇਡਦੇ ਆ ਜਾਂ ਹੋਰ ਕਈ ਤਰ੍ਹਾਂ ਦੀਆਂ ਖੇਡਾਂ ਨੇ ਤਾਂ ਉਹ ਇਹਦੇ ਵਿੱਚ ਸ਼ਾਮਲ ਹੋ ਜਾਂਦੀਆਂ। ਬਹੁਤ ਸਾਰੀਆਂ ਲੋਕ ਖੇਡਾਂ ਹੈ, ਇਹਨਾਂ ਦੇ ਬਾਰੇ ਵਿਸਤ੍ਰਿਤ ਅਧਿਐਨ ਅਸੀਂ ਬਾਅਦ ਚੋਂ ਕਿਸੇ ਹੋਰ ਵੀਡੀਓ ਦੇ ਵਿੱਚ ਕਰਾਂਗੇ। ਤਾਂ ਇਸ ਦੇ ਨਾਲ ਹੀ ਲੋਕ ਸਾਜ਼ ਆ ਜਾਂਦੇ ਆ। ਇਹਦੇ ਵਿੱਚ ਤੁੰਬਾ, ਢੋਲਕੀ, ਸਰੰਗੀ, ਛੈਣੇ, ਡਮਰੂ, ਇੱਕ ਤਾਰਾ, ਘੰਟੀ ਜਾਂ ਟੱਲੀ ਇਹ ਸ਼ਾਮਲ ਹੈ। ਹੁਣ ਤੁਸੀਂ ਲੋਕ ਸੰਗੀਤ ਤੇ ਲੋਕ ਸਾਜ਼ ਇਹਦੇ ਵਿੱਚ ਜਿਹੜਾ ਉਲਝਣਾ ਨਹੀਂ, ਠੀਕ ਹੈ। ਲੋਕ ਸਾਜ਼ ਕੀ ਹੈ? ਜਿਹੜੇ ਸਾਨੂੰ ਦਿਖ ਰਹੇ ਆ। ਤੁੰਬਾ ਇਸ ਨੂੰ ਅਸੀਂ ਹੱਥ ਲਾ ਸਕਦੇ ਹਾਂ, ਢੋਲਕੀ ਇਸ ਨੂੰ ਹੱਥ ਲਾ ਸਕਦੇ ਹਾਂ, ਸਰੰਗੀ ਇਸ ਨੂੰ ਹੱਥ ਲਾ ਸਕਦੇ ਹਾਂ। ਇਹਨਾਂ ਸਾਰੇ ਸਾਜ਼ਾਂ ਦੇ ਨਾਲ ਅਸੀਂ ਜਿਹੜੀ ਟਿਊਨ ਕੱਢਾਂਗੇ ਉਹ ਲੋਕ ਸੰਗੀਤ ਹੈ ਤੇ ਜਿਹੜੀ ਟਿਊਨ ਕਾਹਦੇ ਨਾਲ ਕੱਢੀ ਜਾ ਰਹੀ ਹੈ ਉਹ ਲੋਕ ਸਾਜ਼ਾਂ ਦੇ ਵਿੱਚ ਸ਼ਾਮਲ ਹੈ, ਠੀਕ ਹੈ। ਇਹ ਸਾਡੇ ਸੀਗੇ ਫੁਟਕਲ ਦੇ ਵਿੱਚ। ਇਸ ਤੋਂ ਇਲਾਵਾ ਕੁਝ ਸੈਣਤਾਂ, ਕੁਝ ਇਸ਼ਾਰੇ ਇਹ ਵੀ ਲੋਕਾਂ ਦੀ ਜ਼ਿੰਦਗੀ ਦਾ ਲੋਕ ਧਾਰਾ ਦਾ ਅੰਗ ਹੁੰਦੇ ਆ। ਉਹ ਕਿਵੇਂ? ਜਿਵੇਂ ਸਾਡੇ ਪੰਜਾਬੀ ਸਮਾਜ ਦੀ ਜਿਹੜੀ ਲੋਕ ਧਾਰਾ ਹੈ ਉਹਦੇ ਵਿੱਚ ਕਿਸੇ ਨੂੰ ਅੰਗੂਠਾ ਦਿਖਾਉਣ ਦਾ ਮਤਲਬ ਹੁੰਦਾ ਕਿਸੇ ਨੂੰ ਚੜਾਉਣਾ, ਠੀਕ ਹੈ। ਤਾਂ ਅੰਗਰੇਜ਼ੀ ਸਮਾਜ ਦੇ ਵਿੱਚ ਇਹੀ ਇਸ਼ਾਰਾ ਜਿਹੜਾ ਉਹ ਆਪਦੇ ਅਰਥ ਬਦਲ ਲੈਂਦਾ। ਜਿਵੇਂ ਫੇਸਬੁੱਕ ਤੇ ਅੱਜ ਕੱਲ੍ਹ ਜਿਹੜਾ ਇਹ ਅੰਗੂਠੇ ਦਾ ਨਿਸ਼ਾਨ ਹੈ ਇਹ ਕਿਸੇ ਨੂੰ ਪਸੰਦ ਕਰਨ ਦਾ ਨਿਸ਼ਾਨ ਹੈ, ਠੀਕ ਹੈ। ਇਸੇ ਤਰ੍ਹਾਂ ਕਿਸੇ ਦੇਸ਼ ਦੇ ਵਿੱਚ ਜੀਭ ਕੱਢਣਾ ਸਵਾਗਤ ਦਾ ਚਿੰਨ੍ਹ ਹੈ ਤੇ ਸਾਡੇ ਦੇਸ਼ ਦੇ ਵਿੱਚ ਜੀਭ ਕੱਢਣਾ ਮਸ਼ਕਰੀ ਦਾ ਚਿੰਨ੍ਹ ਹੈ। ਤਾਂ ਇਸ਼ਾਰੇ ਜਿਹੜੇ ਆ ਉਹ ਲੋਕਾਂ ਦੇ ਆਪਦੇ ਹੁੰਦੇ ਆ, ਆਪਦੇ ਸਮਾਜ ਦੇ ਹੁੰਦੇ ਆ। ਹਰੇਕ ਸਮਾਜ ਦੇ ਵਿੱਚ ਹਰੇਕ ਇਸ਼ਾਰੇ ਦਾ ਜਿਹੜਾ ਮਤਲਬ ਹੈ ਉਹ ਉਲਟ ਹੈ। ਤਾਂ ਉਹਨੂੰ ਵੀ ਅਸੀਂ ਫੁਟਕਲ ਦੇ ਵਿੱਚ ਸ਼ਾਮਲ ਕਰ ਸਕਦੇ ਹਾਂ। ਤੇ ਸਭ ਤੋਂ ਅਖੀਰਲੀ ਗੱਲ ਕਿ ਅਸੀਂ ਜਿਹੜਾ ਵੀ ਲੋਕ ਧਾਰਾ ਦੀ ਸਮੱਗਰੀ ਦਾ ਖੇਤਰ ਪੜ੍ਹਿਆ ਜਿਹਦੇ ਵਿੱਚ ਅਸੀਂ ਲੋਕ ਖੇਡਾਂ ਪੜ੍ਹ ਲਈਆਂ, ਲੋਕ ਨਾਚ ਪੜ੍ਹ ਲਏ, ਲੋਕ ਨਾਟ ਪੜ੍ਹ ਲਏ, ਅਨੁਸ਼ਠਾਨ ਪੜ੍ਹ ਲਏ, ਵਹਿਮ ਭਰਮ ਪੜ੍ਹ ਲਏ, ਲੋਕ ਗੀਤ, ਲੋਕ ਕਥਾਵਾਂ ਪੜ੍ਹ ਲਈਆਂ। ਤਾਂ ਕਹਿਣ ਦਾ ਭਾਵ ਇਹ ਹੈ ਕਿ ਲੋਕ ਧਾਰਾ ਦਾ ਜਿਹੜਾ ਖੇਤਰ ਆ ਉਹ ਬਹੁਤ ਵਿਸ਼ਾਲ ਹੈ। ਮੈਂ ਜੋ ਕੁਝ ਇਸ ਵੀਡੀਓ ਦੇ ਵਿੱਚ ਬੋਲ ਦਿੱਤਾ ਜਾਂ ਜੋ ਤੁਸੀਂ ਨੋਟ ਕਰ ਲਿਆ ਹੋਊਗਾ ਜਾਂ ਜੋ ਤੁਸੀਂ ਜਾਣਦੇ ਹੋ, ਇਸ ਤੋਂ ਇਲਾਵਾ ਵੀ ਬਹੁਤ ਸਾਰਾ ਖੇਤਰ ਹੈ ਜਿਹੜਾ ਕਿਤਾਬਾਂ ਦੇ ਵਿੱਚ ਵੀ ਨਹੀਂ ਸਮੇਟਿਆ ਗਿਆ, ਜਿਨ੍ਹਾਂ ਨੂੰ ਅਧਿਐਨ ਦਾ ਵਿਸ਼ਾ ਕਦੇ ਨਹੀਂ ਬਣਾਇਆ ਗਿਆ। ਤਾਂ ਕਹਿਣ ਦਾ ਭਾਵ ਕਿ ਅਸੀਂ ਜਿਹੜੇ ਆ ਅਧਿਐਨ ਕਰਨ ਵਾਲੇ ਆ ਜਾਂ ਜਿਹੜੇ ਅਸੀਂ ਲੋਕ ਸਿੱਖਣ ਵਾਲੇ ਆ ਉਹ ਛੋਟੇ ਆ ਤੇ ਲੋਕ ਧਾਰਾ ਦਾ ਖੇਤਰ ਜਿਹੜਾ ਬਹੁਤ ਵੱਡਾ ਹੈ। ਇਸ ਨੂੰ ਇੱਕ ਵੀਡੀਓ ਦੇ ਵਿੱਚ ਕਿਸੇ ਇੱਕ ਕਿਤਾਬ ਦੇ ਵਿੱਚ ਨਹੀਂ ਸਮੇਟਿਆ ਜਾ ਸਕਦਾ, ਪਰ ਫਿਰ ਵੀ ਸਾਡੀ ਜਿੰਨੀ ਸਮਰੱਥਾ ਹੈ ਅਸੀਂ ਉਸ ਨੂੰ ਸਮੇਟਣ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕ ਧਾਰਾ ਦੇ ਵਿੱਚ ਅਸੀਂ ਕੀ ਪੜ੍ਹਨਾ, ਕੀ ਸਿੱਖਣਾ ਤੇ ਕਿਸ ਤਰੀਕੇ ਦੀਆਂ ਗੱਲਾਂ, ਕਿਸ ਤਰੀਕੇ ਦੇ ਕੰਮ, ਕਿਸ ਤਰੀਕੇ ਦੇ ਵਹਿਮ ਭਰਮ ਸਾਡੇ ਲੋਕ ਲੈ ਕੇ ਫਿਰਦੇ ਆ।
ਮੈਂ ਆਸ ਕਰਦੀ ਹਾਂ ਕਿ ਤੁਸੀਂ ਇਸ ਲੈਕਚਰ ਨੂੰ ਬਹੁਤ ਧਿਆਨ ਦੇ ਨਾਲ ਸੁਣਿਆ ਹੋਊਗਾ ਤੇ ਤੁਸੀਂ ਲਾਜ਼ਮੀ ਹੀ ਇਸ ਨਾਲ ਸੰਬੰਧਿਤ ਪ੍ਰਸ਼ਨ ਜਿਹੜਾ ਆਊਗਾ ਉਸ ਨੂੰ ਸਹੀ ਕਰਕੇ ਆਓਗੇ। ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਸ਼ੇਅਰ ਕਰਿਓ, ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੀ।